नानक फिक्के बोले तन मन फिक्का होए। नानक फिक्के बोले तन मन फिक्का होए। फिक्को फिक्के सदे फिक्के फिक्की सोए। तन मन फिक्का होए। नानक फिक्के बोले फिक्के बोले तन मन फिक्का होए। श्लोक महला पहला। तुम्मी तुम्मा विस तुम्मी तुम्मा विस तुम्मी तुम्मा विस तुम्मी तुम्मा विस अक ततूरा निम फल अक ततूरा निम फल तुम्मी तुम्मा विस तुम्मी तुम्मा विस अक ततूरा निम फल अक ततूरा निम तुम्मी तुम्मा विस तुम्मी तुम्मा विस मन मुख वसै तिस जिस तू चित्त न आवई। मन मुख वसै तिस जिस तू चित्त न आवई। नानक कहिए किस हंडन कर्मा बाहरे। नानक कहिए किस हंडन कर्मा बाहरे। हंडन कर्मा बाहरे। हंडन कर्मा बाहरे। तुम्मी तुम्मा विस तुम्मी तुम्मा विस अक ततूरा निम फल अक ततूरा निम फल तुम्मी तुम्मा विस तुम्मी तुम्मा विस
मत पंखेरु किरत साथ, कब उत्तम कब नीच। मत पंखेरु किरत साथ, कब उत्तम कब नीच। कब चंदन कब अकडाल, कब उच्ची परीत। कब चंदन कब अकडाल, कब उच्ची परीत। नानक का हुक्म चलाइए, नानक हुक्म चलाइए। साहिब लकीरी, साहिब लकीरी। तुमने तुम आविस, तुमने तुम आविस। अक तूरा निम फल, अक तूरा निम फल। तुमने तुम आविस, तुमने तुम आविस। पौड़ी केते कह बखान, कह कह जावना। वेद कह बख्यान, ना पावना। पढ़िए नाही पे, बुझिए पावना। खट दर्शन कैपे, किसै सच समावना। सच्चा पुरख अलख, शब्द सुहावना। मन्ने नाउ बिसंग, डर गए पावना। खालक को आदेश,
हसै तिस जिस तू चित न आवई। नानक कहिए किस हंडन कर्मा बाहरे। नानक कहिए किस नानक कहिए किस हंडन कर्मा बाहरे। हंडन कर्मा बाहरे। तुम्ही तुम्हा विस तुम्ही तुम्हा विस। आकत तूरा निम फल। आकत तूरा निम फल। तुम्ही तुम्हा विस तुम्ही तुम्हा तुम्ही तुम्हा तुम्ही तुम्हा विस। आकत तूरा निम फल। तुम्ही तुम्हा विस। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਅਸਲਾਮ ਅਲੈਕਮ। ਸਾਡਾ ਅੱਜ ਦਾ ਪ੍ਰੋਗਰਾਮ ਅੰਬਾਲੇ ਦੇ ਇਸ ਖਾਲਸਾ ਸਕੂਲ ਅੰਦਰ ਰੱਖਿਆ ਗਿਆ। ਮੈਨੂੰ ਦੱਸਿਆ ਗਿਆ ਕਿ ਇਹਦੇ ਵਿੱਚ ਅੰਬਾਲਾ ਦੀ ਸੰਗਤ ਅਤੇ ਜੋ ਇੱਥੇ ਬੱਚੇ ਪੜ੍ਹਦੇ ਨੇ ਉਹ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਅਤੇ ਸਾਰੇ ਸਕੂਲ ਦਾ ਸਟਾਫ ਇਹਦੇ ਵਿੱਚ ਹਾਜ਼ਰ ਹੋਏਗਾ। ਸੋ ਆਪ ਜੀ ਸਾਰਿਆਂ ਨਾਲ ਗੁਰਬਾਣੀ ਦੇ ਰਾਹੀਂ ਅਸੀਂ ਅੱਜ ਸਮਝਾਂਗੇ। ਮੈਨੂੰ ਆਪਣੇ ਜੀਵਨ ਵਿੱਚ ਬੋਲਣ ਦਾ ਢੰਗ ਨਹੀਂ ਹੈ। ਮੇਰਾ ਬੋਲਣ ਦਾ ਢੰਗ ਕਦੋਂ ਕਿਸ ਤਰ੍ਹਾਂ ਖਰਾਬ ਹੋਇਆ ਅਤੇ ਮੈਂ ਆਪਣੀ ਜ਼ਿੰਦਗੀ 'ਚ ਰੋਜ਼ਮर्रा ਦੇ ਜੀਵਨ ਵਿੱਚ ਆਪਣੇ ਬਿਹੇਵੀਅਰ ਵਿੱਚ ਆਪਣੇ ਸੁਭਾਅ ਦੇ ਕਾਰਨ ਕਿਸ ਤਰ੍ਹਾਂ ਚਾਰੋਂ ਪਾਸੇ ਬੋਲਦਾ ਸਾਨੂੰ ਪਤਾ ਨਹੀਂ। ਹਾਊ ਵੀ ਸਪੀਕ ਸਾਨੂੰ ਪਤਾ ਨਹੀਂ ਹੈ ਕਿ ਜੇ ਮੈਂ ਠੀਕ ਨਹੀਂ ਬੋਲਦਾ ਤਾਂ ਉਹਦਾ ਦੂਜਿਆਂ 'ਤੇ ਕੀ ਅਸਰ ਪੈਂਦਾ ਹੈ, ਕਿਉਂਕਿ ਮੈਨੂੰ ਆਪਣੇ ਬਾਰੇ ਹੀ ਨਹੀਂ ਪਤਾ ਕਿ ਮੇਰੇ ਉੱਤੇ ਕੀ ਅਸਰ ਪੈਂਦਾ ਹੈ। ਦਰਅਸਲ ਬੋਲਣਾ ਕੀ ਹੈ? ਇੱਕ ਜ਼ਬਾਨ ਨਾਲ ਬੋਲਣਾ ਹੈ। ਇੱਕ ਗੂੰਗਾ ਵੀ ਬੋਲਦਾ ਹੈ। ਮੈਨੂੰ ਜ਼ਬਾਨ ਨਾਲ ਬੋਲ ਕੇ ਪਾਣੀ ਚਾਹੀਦਾ, ਮੈਂ ਕਹਾਂਗਾ ਪਾਣੀ ਦੇ ਦਿਓ। ਗੂੰਗਾ ਬੋਲੇਗਾ, ਉਹ ਇੰਝ ਕਰ ਦੇਗਾ, ਮਤਲਬ ਉਹਦਾ ਵੀ ਬੋਲਣਾ ਹੀ ਹੈ। ਮੈਂ ਕਹਾਂਗਾ ਮੈਨੂੰ ਪਾਣੀ ਨਹੀਂ ਚਾਹੀਦਾ, ਮੈਂ ਕਹਾਂਗਾ ਜ਼ਬਾਨ ਦੇ ਨਾਲ ਪਾਣੀ ਨਹੀਂ ਚਾਹੀਦਾ। ਗੂੰਗਾ ਬੋਲੇਗਾ ਨਹੀਂ ਪਰ ਇੰਝ ਕਰ ਦੇਗਾ, ਇਹ ਵੀ ਬੋਲਣਾ ਹੀ ਹੈ। ਇਹਦਾ ਮਤਲਬ ਜਦੋਂ ਗੂੰਗਾ ਇੰਝ ਬੋਲਦਾ ਹੈ, ਉਹ ਜ਼ਬਾਨ ਤੋਂ ਨਹੀਂ ਬੋਲਦਾ, ਉਹ ਮਨ ਦੀ ਬੋਲੀ ਬੋਲ ਰਿਹਾ। ਪਰ ਮੈਂ ਜਦੋਂ ਇੱਥੋਂ ਲਫ਼ਜ਼ ਕੱਢ ਕੇ ਬੋਲਾਂਗਾ ਤਾਂ ਮੈਂ ਵੀ ਮਨ ਦੀ ਬੋਲੀ ਹੀ ਬੋਲ ਰਿਹਾ। ਜੋ ਮੇਰੇ ਮਨ ਵਿੱਚ ਪਾਇਆ ਗਿਆ ਵੈਸੇ ਅੱਖਰ ਮੇਰੇ ਜ਼ਬਾਨ 'ਤੇ ਆਉਣਗੇ। ਜੋ ਅੱਖਰ ਗੂੰਗੇ ਦੇ ਮਨ ਵਿੱਚ ਪਾਏ ਗਏ ਨੇ ਉਹ ਉਸ ਤਰੀਕੇ ਦਾ ਐਕਸ਼ਨ ਕਰੇਗਾ। ਜੇ ਗੂੰਗੇ ਨੇ ਪਾਣੀ ਪੀਣਾ ਹੈ ਔਰ ਅਸੀਂ ਉਹਨੂੰ ਪੁੱਛੀਏ ਪਾਣੀ ਪੀਓਗੇ, ਜੇ ਉਹਦੇ ਮਨ ਅੰਦਰ ਅੱਖਰ ਪਾਏ ਗਏ ਨੇ
ਉਹ ਇੰਝ ਕਰ ਦੇਗਾ। ਪਰ ਜੇ ਅਸੀਂ ਗੂੰਗੇ ਨੂੰ ਕਹੀਏ ਉਹਦੇ ਮਨ ਦੇ ਅੰਦਰ ਅੱਖਰ ਪਾਏ ਹੋਏ ਨੇ, ਉਹਦੀ ਮਨ ਦੀ ਜ਼ਬਾਨ ਠੀਕ ਹੈ। ਹਰ ਕਿਸੇ ਦੀ ਮਨ ਦੀ ਜ਼ਬਾਨ ਰੱਬ ਜੀ ਨੇ ਬਖਸ਼ੀ ਹੋਈ ਹੈ, ਉਹ ਠੀਕ ਹੀ ਹੁੰਦੀ ਹੈ। ਪਰ ਜ਼ਬਾਨ ਖਰਾਬ ਹੋ ਜਾਂਦੀ ਹੈ ਤਾਂ ਕੀ ਹੁੰਦਾ? ਤਾਂ ਅਸੀਂ ਚੰਗੀ ਭਲੀ ਚੀਜ਼ ਨੂੰ ਵੀ ਤਿਉੜੀ ਚੜਾ ਕੇ ਮਨਾ ਕਰਦੇ ਹਾਂ। ਫਰਜ਼ ਕਰੋ ਮੈਨੂੰ ਕੋਈ ਪੁੱਛੇ ਮੇਥੀ ਆਲੂ ਦਾ ਪਰਾਂਠਾ ਖਾਓਗੇ? ਪਰ ਮੇਰੇ ਮਨ ਦੀ ਜ਼ਬਾਨ ਮੇਰੇ ਮਨ ਨੂੰ ਇੱਕ ਅੱਖਰ ਫੀਡ ਕੀਤਾ ਹੈ, ਨਹੀਂ ਮੈਂ ਨਹੀਂ ਖਾਣਾ। ਕਿਹਾ ਮੈਂ ਨਹੀਂ ਖਾਣਾ ਹੈ, ਪਰ ਤਿਉੜੀ ਚੜਾ ਕੇ ਬਹੁਤ ਮੰਦੀ ਜੀ ਸ਼ਕਲ ਬਣਾ ਕੇ। ਪਰ ਜੇ ਗੂੰਗੇ ਦੇ ਮਨ ਦੇ ਅੰਦਰ ਜ਼ਬਾਨ ਵਿੱਚ ਪਾਇਆ ਹੋਇਆ ਕਿ ਮੇਥੀ ਆਲੂ ਦਾ ਪਰਾਂਠਾ ਨਹੀਂ ਖਾਣਾ, ਤਾਂ ਗੂੰਗਾ ਵੀ ਇੰਝ ਹੀ ਮੂੰਹ ਬਣਾ ਇੰਝ ਕਰ ਦੇਗਾ। ਪਰ ਜੇ ਉਹਨੂੰ ਮੇਥੀ ਆਲੂ ਦਾ ਅੱਖਰ ਮਨ ਅੰਦਰ ਪਾਇਆ ਗਿਆ, ਮੇਥੀ ਆਲੂ ਦਾ ਪਰਾਂਠਾ ਅੱਛਾ ਹੁੰਦਾ ਹੈ, ਬਜਾਏ ਇਸ ਦੇ ਕਿ ਪੁਰਾਣੀ ਸੁੱਕੀ ਹੋਈ ਬ੍ਰੈਡ ਖਾਓ, ਤਾਂ ਕਹੇਗਾ ਖਿੜੇ ਮੱਥੇ ਕਹੇਗਾ। ਇਹਦਾ ਮਤਲਬ ਜੋ ਮਨ ਦੀ ਬੋਲੀ ਹੈ ਨਾ, ਉਹ ਸਾਡੇ ਅੱਖਰਾਂ ਵਿੱਚ, ਜ਼ਬਾਨ ਵਾਲਿਆਂ ਦੇ ਅੱਖਰਾਂ ਵਿੱਚ ਭੁੱਲ ਜਾਂਦੀ ਹੈ। ਮਨ ਦੀ ਬੋਲੀ ਜਿਨ੍ਹਾਂ ਕੋਲ ਜ਼ੁਬਾਨ ਨਹੀਂ ਵੀ ਹੈ, ਉਹਨਾਂ ਦੇ ਜੈਸਚਰ ਤੋਂ ਭੁੱਲ ਜਾਂਦੀ ਹੈ। ਇਹਦਾ ਮਤਲਬ ਫਿਰ ਮਨ ਦੀ ਜ਼ਬਾਨ ਠੀਕ ਕਰਨੀ ਪਏਗੀ ਨਾ। ਸਾਰੇ ਬੱਚੇ ਬੋਲੋ ਯੈਸ ਔਰ ਨੋ। ਮਨ ਦੀ ਜ਼ਬਾਨ ਠੀਕ ਕਰਨੀ ਪਏਗੀ। ਤਾਂ ਫਿਰ ਮਨ ਨੂੰ ਅਸੀਂ, ਕੁਦਰਤ ਦਾ ਨਿਯਮ ਹੈ, ਇਹ ਰੱਬ ਦੀ ਰੀਤ ਹੈ। ਦੁਨੀਆ ਦੇ ਰੀਤ ਰਿਵਾਜ ਹੁੰਦੇ ਨੇ ਨਾ, ਇਸ ਤਰ੍ਹਾਂ ਰੱਬ ਦੀ ਇਹ ਰੀਤ ਹੈ कि जैसा तुमने अपने मन को अक्षर पढ़ाए, वैसी बोली तुम्हारा मन बोलेगा। एक निक्का बच्चा है, उन्हें तो उन्हें अपने आप में अक्षर पढ़ाए ही नहीं। निक्का बच्चा केड़े अक्षर हंडांदा है? ਨਿੱਕਾ ਬੱਚਾ ਅੱਖਰ ਹੰਡਾਉਂਦਾ ਹੈ ਜੋ ਉਹਨੇ ਬਚਪਨ ਵਿੱਚ, ਜਦੋਂ ਉਹਨੇ ਪੈਦਾ ਵੀ ਨਹੀਂ ਹੋਇਆ ਸੀ, 9 ਮਹੀਨੇ ਮਾਂ ਪਿਓ ਦੇ ਪੇਟ ਵਿੱਚ ਸੀ, ਤਾਂ ਉਹਦੇ ਮਾਂ ਪਿਓ ਜਿਹੜੇ ਬੋਲੀ ਬੋਲਦੇ ਸੀ, ਉਹਦੇ ਆਸ-ਪਾਸ ਉਹਦੀ ਮਾਂ ਦੇ ਨੇੜੇ ਤੇੜੇ ਜੋ ਵੀ ਮਨੁੱਖ ਜੋ ਬੋਲੀ ਬੋਲਦਾ ਸੀ, ਉਹ ਸਾਰੇ ਅੱਖਰ ਇਹਨੇ ਕੈਚ ਕਰ ਲਏ ਨੇ। ਪੈਦਾ ਹੋਣ ਤੋਂ ਬਾਅਦ ਹੋ ਸਕਦਾ 1-1.5 ਸਾਲ ਉਹ ਨਹੀਂ ਬੋਲਦਾ, ਪਰ ਉਹ ਅੱਖਰ ਇਹ ਹੰਡਾਉਂਦਾ ਹੈ। ਵਨ ਕੈਰੀਜ਼ these words, ਜੋ ਦੇ ਚਾਰੋਂ ਪਾਸੇ ਉਹਨੂੰ ਗੈਦਰ ਕਰਨ ਨੂੰ ਮਿਲੇ, ਉਹਦੇ ਕੈਚਮੈਂਟ ਏਰੀਆ ਵਿੱਚ ਜੋ ਜੋ ਅੱਖਰ ਆਏ। ਉੱਨੀ 1996 ਵਿੱਚ ਮੈਂ ਅਮਰੀਕਾ ਤੋਂ ਬੜੇ ਸਾਲਾਂ ਬਾਅਦ ਜਦੋਂ ਇੰਡੀਆ ਆਇਆ, ਇੱਕ ਕਿਸੇ ਦੇ ਘਰ ਮੈਂ ਗਿਆ, ਉਹਨਾਂ ਨੇ ਬੱਚੇ ਨੂੰ, ਬੱਚਾ ਮਸਾਂ 3 ਸਾਲ ਦਾ ਸੀ, ਬੱਚੇ ਨੂੰ ਮਾਂ ਪਿਓ ਨੇ ਕਿਹਾ ਬੇਟਾ ਇਹ ਦੇਖੋ ਭੁਪਿੰਦਰ ਸਿੰਘ ਜੀ ਆਏ ਨੇ, ਇਹਨਾਂ ਨੂੰ ਸਤਿ ਸ੍ਰੀ ਅਕਾਲ ਬੋਲੋ। ਬੱਚਾ ਮੇਰੇ ਕੋਲ ਆਇਆ, ਤੋਤਲੀ ਜ਼ਬਾਨ ਵਿੱਚ ਬੋਲਿਆ ਓਏ ਭੈ ਓ। ਮੈਨੂੰ ਨਹੀਂ ਪਤਾ ਲੱਗਾ ਭੈ ਓ ਕੀ ਕਹਿ ਰਿਹਾ ਹੈ, ਪਰ ਮਾਂ ਪਿਓ ਨੂੰ ਸਮਝ ਆ ਗਈ ਸੀ ਇਹ ਭੁਪਿੰਦਰ ਸਿੰਘ ਨੂੰ ਭੈਣ ਦੀ ਗਾਲ ਕੱਢ ਰਿਹਾ ਹੈ। ਉਹ ਕਹਿ ਨਹੀਂ ਗਾਲ ਨਹੀਂ ਕੱਢੀ ਦਾ, ਉਹ ਕਹੇ ਭੈ ਓ। ਮਾਂ ਪਿਓ ਨੂੰ ਬੱਚੇ 'ਚੋਂ ਆਪਣੀ ਕਰਤੂਤ ਨਜ਼ਰ ਆ ਰਹੀ ਸੀ। ਬੱਚੇ ਨੂੰ ਪਤਾ ਹੀ ਨਹੀਂ ਲੱਗਾ, ਉਹ ਕੈਚ ਕਰ ਚੁੱਕਾ ਸੀ। ਇੰਜ ਵੱਡੇ ਹੋ ਕੇ ਜਦੋਂ ਤੱਕ ਅਸੀਂ 90-100 ਸਾਲ ਦੇ ਹੋ ਜਾਂਦੇ ਹਾਂ, ਉਹ ਭੈ ਉਹ ਸਾਡਾ ਛੁੱਟਦਾ ਨਹੀਂ। ਭਾਵੇਂ ਸਾਡੇ ਨੇੜੇ ਤੇੜੇ ਕੋਈ ਵੀ ਬੈਠਾ ਹੋਏ, ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਗਾਲ ਕਦੋਂ ਕੱਢ ਜਾਂਦੇ ਹਾਂ।
ਇੱਕ ਬੰਦੇ ਨੇ ਮੇਰੇ ਸਾਹਮਣੇ ਇਸ ਤਰ੍ਹਾਂ ਗਾਲ ਕੱਢੀ। ਚੰਗਾ ਵਡੇਰਾ ਬੰਦਾ ਸੇ 40-50 ਸਾਲ ਦਾ। ਮੈਂ ਉਹਨੂੰ ਪੁੱਛਿਆ, ਵੀਰ ਜੀ ਤੁਸੀਂ ਹੁਣ ਗਾਲ ਕੱਢ ਰਹੇ ਹੋ, ਰਾਤੀ ਜਦੋਂ ਅਸੀਂ ਚਾਰੋਂ ਪੰਜੋ ਉੱਥੇ ਫਲਾਣੇ ਦੇ ਸਾਹਮਣੇ ਬੈਠੇ ਸੀ ਤਾਂ ਉਹਨੇ ਕਿਹਾ ਨਹੀਂ ਉਹ ਜਰਾ ਸੰਤ ਮਹਾਤਮਾ ਸੀ ਨਾ ਬਾਬਾ ਜੀ, ਤੁਹਾਨੂੰ ਪਤਾ ਹੀ ਉੱਥੇ ਫਿਰ ਜ਼ਬਾਨ ਸੰਭਾਲ ਕੇ ਬੋਲਣਾ ਹੁੰਦਾ ਹੈ। ਅੱਛਾ, ਇਹਦਾ ਮਤਲਬ ਸਾਫ਼ ਨਿਕਲਿਆ ਜਦੋਂ ਮੈਂ ਕਿਸੇ ਵੀ ਜਗ੍ਹਾ ਬੈਠਾ ਹੋਵਾਂ ਉੱਥੇ ਜੇ ਮੇਰੇ ਸਾਹਮਣੇ ਕੋਈ ਸਰੀਰਕ ਬਾਬਾ ਜੀ, ਚੋਲੇ ਵਾਲੇ ਬਾਬਾ ਜੀ, ਮਸ਼ਹੂਰ ਨੋਨ ਸੰਤ ਜੀ ਬੈਠੇ ਹੋਣ ਤਾਂ ਮੈਨੂੰ ਜ਼ਬਾਨ ਸੰਭਾਲਣੀ ਆਉਂਦੀ ਹੈ। ਪਰ ਮੈਨੂੰ ਮੇਰੇ ਅੰਦਰ ਵਾਲੇ ਬਾਬਾ ਜੀ ਸਮਝ ਨਹੀਂ ਨੇ, ਮੇਰੇ ਅੰਦਰ ਵਾਲੇ ਬਾਬਾ ਜੀ ਦੇ ਬਾਰੇ ਪਤਾ ਨਹੀਂ ਹੈ। ਇਸ ਕਰਕੇ ਜਦੋਂ ਮੇਰੇ ਨੇੜੇ ਤੇੜੇ ਕੋਈ ਚੋਲੇ ਵਾਲਾ ਸੰਤ ਜੀ ਬਾਬਾ ਜੀ ਨਾ ਬੈਠਾ ਹੋਵੇ ਤਾਂ ਮੈਂ ਜ਼ਬਾਨ ਨਹੀਂ ਸੰਭਾਲਦਾ, ਕਿਉਂਕਿ ਅੰਦਰ ਵਾਲੇ ਬਾਬਾ ਜੀ ਦਾ ਪਤਾ ਨਹੀਂ ਹੈ ਮੈਨੂੰ। ਅਸੀਂ ਬਚਪਨ ਤੋਂ ਜੋ ਕੁਝ ਹੰਡਾਉਂਦੇ ਹਾਂ ਉਹ ਜੋ ਚਾਰੋਂ ਪਾਸੋਂ ਕੈਰੀ ਕਰਦੇ ਹਾਂ, ਬੀ ਇਟ ਐਂਗਰ, ਕ੍ਰੋਧ ਹੋਵੇ ਭਾਵੇਂ, ਲੋਭ ਹੋਵੇ ਭਾਵੇਂ, ਗਰੀਡ ਹੋਵੇ, ਬੀ ਇਟ ਐਂਗਰ, ਬੀ ਇਟ ਅਟੈਚਮੈਂਟ, ਬੀ ਇਟ ਗਰੀਡ ਔਰ ਈਗੋ ਔਰ ਬੋਲਣ ਦਾ ਫਿੱਕਾ ਢੰਗ। ਅੱਜ ਦੇ ਟੌਪਿਕ ਵਿੱਚ ਸਾਡਾ ਬੋਲਣ ਦਾ ਢੰਗ ਹੈ। ਸ਼ਬਦ ਅਨੇਕਾਂ ਐਂਗਲ 'ਤੇ ਖੁੱਲ੍ਹਦਾ ਹੈ, ਪਰ ਅਸੀਂ ਅੱਜ ਇਸ ਨੂੰ ਫੋਕਸ ਕਰ ਰਹੇ ਹਾਂ ਮੇਰੇ ਬੋਲਣ ਦਾ ਢੰਗ। ਇੱਕ ਜਗ੍ਹਾ ਕਬੀਰ ਜੀ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਾਂ ਧਰਮ ਹੈ। ਜਿਸ ਇਨਸਾਨ ਨੂੰ ਬਾਹਰ ਵਾਲੇ ਕੋਈ ਸੰਤ ਜੀ ਬਾਬਾ ਜੀ ਦੇ ਬਾਰੇ ਖਿਆਲ ਆਉਂਦਾ ਹੈ ਤਾਂ ਉਹ ਇਹ ਸੋਚਦਾ ਹੈ ਇਹ ਸਾਹਮਣੇ ਬੈਠੇ ਨੇ, ਮੈਂ ਜ਼ਬਾਨ ਸੰਭਾਲ ਕੇ ਬੋਲਣਾ ਹੈ। ਨਿੱਕੇ ਬੱਚੇ ਨੂੰ ਤਾਂ ਨਹੀਂ ਪਤਾ ਨਾ, ਨਿੱਕਾ ਬੱਚਾ ਨਿਰਛਲ ਹੁੰਦਾ ਹੈ, ਉਹਦੇ ਵਾਸਤੇ ਕੋਈ ਛੋਟਾ ਵੱਡਾ ਕੋਈ ਨਹੀਂ ਹੈ, ਅਮੀਰ ਗਰੀਬ ਕੋਈ ਨਹੀਂ ਹੈ, ਕੋਈ ਸੰਤ ਜੀ ਬਾਬਾ ਜੀ ਨਹੀਂ ਹੈ। ਅਸੀਂ ਉਹਦੇ ਦਿਮਾਗ ਵਿੱਚ ਪਾਵਾਂਗੇ ਇਹ ਸੰਤ ਜੀ ਹੈ, ਇਨਕੇ ਸਾਹਮਣੇ ਭੈਂ ਉਹ ਨਾ ਬੋਲ। ਬੱਚੇ ਨੂੰ ਪਤਾ ਨਹੀਂ ਹੈ, ਵੱਡੇ ਨੂੰ ਪਤਾ ਹੈ। ਵੱਡਾ ਹਿਪੋਕਰੇਟ ਹੈ, ਪਰਫੈਕਟ ਹਿਪੋਕਰੇਟ ਹੈ। ਇਸ ਕਰਕੇ ਵੱਡਾ ਕਿੱਥੇ ਬੋਲਣਾ ਅਤੇ ਕਿੱਥੇ ਨਹੀਂ ਬੋਲਣਾ, ਕਿੱਥੇ ਕੰਮ ਕਢਾਉਣਾ ਅਤੇ ਕਿੱਥੇ ਪਤਨੀ ਨੂੰ ਜਾਂ ਪਤੀ ਨੂੰ ਜਾਂ ਬੱਚਿਆਂ ਨੂੰ ਜਾਂ ਨੌਕਰ ਚਾਕਰ ਨੂੰ ਜਾਂ ਆਫਿਸ ਅੰਦਰ ਆਪਣੇ ਤੋਂ ਥੱਲੇ ਵਾਲਿਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਬੁਰਾ ਭਲਾ ਗਾਲ ਕੱਢ ਕੇ ਉੱਚਾ ਬੋਲ ਕੇ ਕੰਮ ਕਰਾਉਣਾ ਹੈ ਅਤੇ ਕਿਸ ਤਰ੍ਹਾਂ ਬਿਲਕੁਲ ਸ਼ਰੀਫ ਹੋ ਜਾਣਾ ਹੈ। ਬਹੁਤ ਲਪੇਟ ਲਪੇਟ ਕੇ ਬੋਲਣਾ ਹੈ। This is not the way to speak. This is malign, polluted way to speak. ਕਬੀਰਾ ਜਹਾਂ ਗਿਆਨ ਤਾਂ ਧਰਮ ਹੈ। ਜੇ ਮੈਨੂੰ ਮੇਰੇ ਅੰਦਰ ਵਾਲੇ ਬਾਬਾ ਜੀ ਰੱਬ ਜੀ ਸਮਝ ਆ ਜਾਣ ਤਾਂ ਮੈਨੂੰ ਇਹ ਅਸਲੀ ਧਰਮ ਸਮਝ ਆ ਜਾਏਗਾ ਕਿ ਮੈਂ ਫਿੱਕਾ ਬੋਲਣਾ ਹੀ ਨਹੀਂ ਹੈ। ਕਬੀਰਾ ਜਹਾਂ ਗਿਆਨ ਤਾਂ ਧਰਮ ਹੈ, ਜਹਾਂ ਝੂਠ ਤਾਂ ਪਾਪ। ਜਿਉਂ ਹੀ ਮੈਂ ਅੰਦਰ ਵਾਲੇ ਬਾਬਾ ਜੀ ਨੂੰ ਪ੍ਰੈਜ਼ੈਂਟ ਨਹੀਂ ਸਮਝਿਆ, ਮੈਂ ਝੂਠ ਨਾਲ ਜੁੜ ਜਾਂਗਾ ਅਤੇ ਮੈਂ ਉਸ ਵੇਲੇ ਪਾਪ ਕੀ ਕਰਾਂਗਾ? ਕੀੜੀ ਮਾਰ ਦਿਓ, ਮੱਖੀ ਮਾਰ ਦਿਓ, ਮੱਛਰ ਮਾਰ ਦਿਓ, ਇਹ ਪਾਪ ਦੀ ਗੱਲ ਨਹੀਂ ਚੱਲ ਰਹੀ। ਉਸ ਵੇਲੇ ਮੈਂ ਪਾਪ ਕਰਾਂਗਾ, ਮੈਂ ਭੈੜੇ ਬੋਲ ਬੋਲਾਂਗਾ। ਮੈਨੂੰ ਇਹ ਗਿਆਨ ਹੀ ਨਹੀਂ ਹੈ ਕਿ ਮੇਰੇ ਅੰਦਰ ਰੱਬ ਜੀ ਵਸਦੇ ਨੇ, ਚਾਰੋਂ ਪਾਸੇ ਰੱਬ ਜੀ ਵਸਦੇ ਨੇ, ਔਰ ਜਿਹਦੇ ਨਾਲ ਭੈੜਾ ਬੋਲਾਂਗਾ ਉਹਦੇ ਅੰਦਰ ਵੀ ਰੱਬ ਜੀ ਵਸਦੇ ਨੇ। ਸਭ ਹੈ ਘੱਟ ਰਾਮ ਬੋਲੇ। ਤੁਹਾਡੇ ਸਕੂਲ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਇੰਗਲਿਸ਼ ਹੋਰ ਬੜੇ ਸਬਜੈਕਟ ਪੜ੍ਹਾਏ ਜਾਂਦੇ ਨੇ। ਮੋਰਲ ਸਾਇੰਸ, ਮੋਰਲ, ਸਪਿਰਿਚੁਅਲਿਟੀ, ਐਥਿਕਸ, ਇਹ ਸਬਜੈਕਟਸ ਡਿਵਿਨਿਟੀ ਵਿੱਚ ਪੜ੍ਹਾਉਣੇ ਚਾਹੀਦੇ ਨੇ, ਪਰ ਡਿਵਿਨਿਟੀ ਦੇ ਟੀਚਰ ਦੀ ਤਨਖਾਹ ਘੱਟ ਹੁੰਦੀ ਹੈ। ਡਿਵਿਨਿਟੀ ਦਾ ਟੀਚਰ ਬਣਨਾ ਕੋਈ ਨਹੀਂ ਚਾਹੁੰਦਾ। ਡਿਵਿਨਿਟੀ ਦੇ ਕੋਈ ਨੰਬਰ ਜ਼ਿਆਦਾ ਆਉਣ ਜਾਂ ਨਾ ਆਉਣ ਸਭ ਚੱਲਦਾ, ਔਰ ਡਿਵਿਨਿਟੀ ਦਾ ਲਾਸਟ ਪੀਰੀਅਡ ਹੁੰਦਾ। ਡਿਵਿਨਿਟੀ ਨੂੰ ਕੋਈ ਵੈਲਿਊ ਨਹੀਂ ਦਿੱਤੀ ਜਾਂਦੀ। ਪਰ ਸਪਿਰਿਚੁਅਲਿਟੀ ਵਿੱਚ ਉਹ ਸਕੂਲ ਅੱਗੋਂ ਤੋਂ ਕਾਮਯਾਬ ਹੋਣਗੇ। ਮਾਨਯੋਗ ਪ੍ਰਿੰਸੀਪਲ ਜੀ ਡਾਕਟਰ ਸਰਦਾਰ ਆਗਿਆਪਾਲ ਸਿੰਘ ਜੀ ਅਤੇ ਇੱਥੋਂ ਦੇ ਪ੍ਰਬੰਧਕ ਅਤੇ ਇੱਥੋਂ ਦੀ ਮੈਨੇਜਮੈਂਟ
ਫਿਊਚਰ ਵਿੱਚ ਉਹ ਸਕੂਲ ਸਭ ਤੋਂ ਜ਼ਿਆਦਾ ਕਾਮਯਾਬ ਹੋਣਗੇ ਜਿੱਥੇ ਮੋਰਲ ਸਟੱਡੀਜ਼ ਕਰਾਈਆਂ ਜਾਂਦੀਆਂ ਹਨ। ਉਹ ਸਕੂਲਾਂ ਦੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੋਣਗੀਆਂ ਫਿਊਚਰ ਵਿੱਚ। ਉਹ ਸਕੂਲਾਂ ਵਿੱਚ ਏਅਰ ਕੰਡੀਸ਼ਨਰਸ ਨਹੀਂ ਲੱਗੇ ਹੋਣਗੇ ਇਨ ਫਿਊਚਰ। ਉਹ ਸਕੂਲ ਪੇੜਾਂ ਦੇ ਥੱਲੇ ਲੱਗਦਿਆਂ ਕਰਨਗੇ ਫਿਊਚਰ ਵਿੱਚ। ਬੱਚੇ ਨੂੰ ਹੱਸਦਿਆਂ ਖੇਡਦਿਆਂ ਪਿਆਰ ਨਾਲ ਸਿਖਾਇਆ ਜਾਏਗਾ। ਉਹਨਾਂ ਸਕੂਲਾਂ ਵਿੱਚ ਬੱਚੇ ਨੂੰ ਮੁਰਗਾ ਨਹੀਂ ਬਣਾਇਆ ਜਾਏਗਾ। ਉਹਨਾਂ ਸਕੂਲਾਂ ਵਿੱਚ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾਏਗੀ। ਉਹਨਾਂ ਸਕੂਲਾਂ ਦੇ ਬੱਚੇ ਨੂੰ ਘਰ ਜਾ ਕੇ ਨਹੀਂ ਕਹਿਣਾ ਪਏਗਾ, मम्मी देखो मेरी टीचर मेरे पेपर के ऊपर ऐसे ज़ीरो लगा के मेरे को बोलती है जीरो। गलती मैं करता हूँ और अंडा टीचर देती है। उत्थे नहीं कहना पेगा कोई टीचर अंडा देगी नहीं, कोई मुर्गा बनाएगी नहीं। मुर्गा मुझे बनाती है, अंडा आप देती है। ये उत्थे नहीं होएगा। कोई टीचर सज़ा नहीं देगी, कोई टीचर किसी को गुस्सा नहीं करेगा, कोई गाल नहीं कढ़ेगा, कोई सज़ा नहीं देगा। पर टीचर भी तो साडे वांगू घरों पेरेंट्स माँ प्यो भैन भरा चाचा चाची या कोई ना कोई रिश्ता ही है ना जो असी घरां च करते हाँ। वो वाली बोली स्कूल च आ जाती है। वो वाली बोली टीचर बोलते ने आपस विच। वो वाली बोली दी पॉलिटिक्स खेलते ने टीचर स्टाफ रूम में। वो वाली बोली दी पॉलिटिक्स खेडते ने टीचर प्रिंसीपल दे नाल, प्रिंसीपल टीचरां दे नाल। वो वाली बोली बच्चियां तक पहुँच जाती है जिस तरह वो बुजुर्गों की बोली भैं वो छोटे जे बच्चे नूं चली गई सी। इस करके असी चारों पासे गालां कड्ढण वाले मशहूर हाँ। असी चारों पासे त्योड़ी कढ़ के उच्चा बोल के भैड़े बोल वाले फिक्के हो गए हैं। नानक फिक्के बोले हैं तन मन फिक्का होए। असी माचिस दे नाल लाइटर दे नाल किसी नूं अग नहीं लगाते हाँ। क्यों? लाइटर और माचिस अपनी बोझे च रखना पेगा। लाइटर दा पेट्रोल खत्म हो जाता है, उहदा घसन वाला जिहड़ा पत्थर होंदा है वो खराब हो जाता है। माचिस दी तीलियां गिलियां हो जांदियां ने, माचिस भी खत्म हो जाती है। पर मेरे कोल एक माचिस और लाइटर हमेशा रहिंदा है। मेरे फिक्के बोल ऐसे बोल बोलदा अगले नूं सत्ती कपड़ी अग लगा देना। ऐ असीं सारे नाल लैके चलते हैं। ए बोल सानू बहुत खराब करते हैं और इन्हां बोलों के नाल असीं अपने आप नूं खराब करके दूजिआं नूं खराब करते हैं। अज दे सैमीनार विच मैं नहीं कह सकता कि मैनू बोलना आंदा है। शब्द पढ़ के मैं अपने बारे समझ रहा मैं कौड़ा ते फिक्का क्यों कदों बोलता हाँ, की होया मैनू, मैं केड़ा पाप करदा। कबीरा जहाँ ज्ञान ता धर्म है, जहाँ झूठ ते पाप। मैं केड़ा पाप करदा? मैं जदों लोभी होंदा ना, लालची ग्रीडी, जहाँ लोभ ता काल है, जो ही मैं ग्रीडी लालची होया तो मेरे उत्ते काल आ गया। मैं उस वेले मर गया भाई मैं तो। और जो ही मैं आत्मक तौर पर मरिया तो हुण मैं फिक्के बोल बोलांगा। फिक्के बोल बोलण की मेरी निशानी है मैं किसी नूं माफ़ नहीं करांगा। पहला अपने आप नूं माफ़ नहीं करांगा। ਜਿਹੜੇ ਲੋਕੀ ਆਪਣੇ ਆਪ ਨੂੰ ਮਾफ़ नहीं करते हैं वो कहते हैं ਉਹ ਅਸੀਂ ਤਾਂ ਮੂਰਖ ਹਾਂ ਜੀ, ਅਸੀਂ ਤੇ ਬੇਵਕੂਫ ਹਾਂ ਜੀ, ਅਸੀਂ ਤੇ ਸਾਕਤ ਹਾਂ ਜੀ, ਅਸੀਂ ਤੇ ਪਾਪੀ ਹਾਂ, ਤੁਸੀਂ ਬੜੇ ਗੁਰਮੁਖ ਹੋ, ਅਸੀਂ ਤੇ ਬਹੁਤ ਗਰੀਬ ਹਾਂ, ਅਸੀਂ ਤੇ ਬੜੇ ਪਿਛੜੇ ਹਾਂ, ਸਾਨੂੰ ਤੇ ਅਕਲ ਹੀ ਨਹੀਂ। ਆਪਣੇ ਆਪ ਨੂੰ ਇਨਵੈਲਿਡ ਕਰਨਗੇ, ਇਨਫੀਰਿਟੀ ਕੰਪਲੈਕਸ ਵਿੱਚ ਲੈ ਜਾਣਗੇ ਜਿਹੜੇ ਆਪਣੇ ਆਪ ਨੂੰ ਮਾफ़ नहीं करते हैं। ਜਿਹੜੇ ਬੱਚੇ ਆਪਣੇ ਆਪ ਨੂੰ ਮਾफ़ नहीं करते हैं वो कहते हैं मैं गलत माँ प्यो के घर पैदा हो गया, मैं गलत धर्म वाले रिलीजन वाले माँ प्यो के घर पैदा हो गया, मैं गलत कौम के पल्ले पै गया हाँ, मैं गलत देश विच पैदा हो गया हाँ। जिन्होंने वैसटर्न कंट्री के सुख आराम चंगे लगते हैं और इंज महसूस होता है कि इंडिया में तो बहुत गर्मी पड़ती है, मेरे को तो कहीं वेस्ट में जहाँ हमेशा 12 महीने स्नो पड़ती है वहाँ पैदा होना चाहिए था। वो फिर अपने आप को माफ़ नहीं करते हैं। इस करके वो कहते हैं काश अगले जन्म में मैं किधरे अमरीका लंडन जम्मा। क्यों? क्योंकि अपने आप को माफ़ नहीं किया है।
ਜਿਹੜੇ ਆਪਣੇ ਆਪ ਨੂੰ ਮਾਫ ਨਹੀਂ ਕਰਦੇ ਨੇ ਉਹ ਆਪਣੇ ਮਾਪਿਓ ਨੂੰ ਮਾਫ ਨਹੀਂ ਕਰਦੇ ਨੇ। ਜਿਹੜੇ ਮਾਪਿਓ ਨੂੰ ਮਾਫ ਨਹੀਂ ਕਰ ਸਕਦੇ ਨੇ ਉਹਨਾਂ ਦੀ ਬੋਲੀ ਵਿਗੜ ਚੁੱਕੀ ਹੁੰਦੀ ਹੈ, ਇਸ ਕਰਕੇ ਉਹ ਆਪਣੀ ਪਤੀ ਜਾਂ ਪਤਨੀ ਨੂੰ ਵੀ ਮਾਫ ਨਹੀਂ ਕਰਦੇ ਨੇ। ਜਿਹੜੇ ਪਤੀ ਜਾਂ ਪਤਨੀ ਔਰ ਮਾਪਿਓ ਨੂੰ ਮਾਫ ਨਹੀਂ ਕਰਦੇ ਨੇ ਉਹ ਆਪਣੇ ਬੱਚਿਆਂ ਨੂੰ ਵੀ ਕਦੀ ਮਾਫ ਨਹੀਂ ਕਰਦੇ ਨੇ। ਇਹਦਾ ਮਤਲਬ ਮਾਫ ਕਰਨਾ ਇੱਕ ਬੜਾ ਵੱਡਾ ਪੁੰਨ ਦਾ ਕੰਮ ਹੈ, ਹਾਊ ਟੂ ਫੋਰਗਿਵ ਅਦਰਸ। ਪਰ ਕਬੀਰ ਜੀ ਕਹਿੰਦੇ ਨੇ ਕਬੀਰਾ ਜਾਂ ਗਿਆਨ ਤਾਂ ਧਰਮ ਹੈ, ਜਾਂ ਝੂਠ ਤਾਂ ਪਾਪ, ਜਾਂ ਲੋਭ ਤਾਂ ਕਾਲ ਹੈ, ਜਾਂ ਖਿਮਾ ਤਾਂ ਆਪ। ਦ ਮੂਮੈਂਟ ਯੂ ਫੋਰਗਿਵ ਅਦਰਸ, ਸਾਧ ਸੰਗਤ ਜੀ, ਦੂਜੇ ਦੀ ਗਲਤੀ ਹੈ ਉਸ ਨੂੰ ਫੋਰਗਿਵ ਕਰ ਦੇਣਾ ਬਹੁਤ ਵੱਡੀ ਉਚਾਈ ਦੀ ਆਦਤ ਹੈ। ਇਸ ਤੋਂ ਇਲਾਵਾ ਮੇਰੀ ਗਲਤੀ ਨਹੀਂ ਵੀ ਹੈ ਤਾਂ ਵੀ ਮਾਫੀ ਮੰਗ ਲੈਣਾ ਫੋਰਗਿਵ ਕਰਨਾ ਹੀ ਹੈ। ਜਦੋਂ ਮੇਰੀ ਗਲਤੀ ਨਾ ਹੋਵੇ ਤਾਂ मैं दूजे को रियलाइज़ कराना कि देखो इस लॉजिक के मुताबिक, इस बात के मुताबिक, इस लॉजिक के मुताबिक, इस बात के मुताबिक आप यहाँ से गलत हैं। आई हैव जस्टिफाइड दैट यू आर रॉन्ग। अच्छा मान लिया ना, इनू फॉरगिव नहीं कहते ने। गलती भी आपकी, फिर भी मैं माफ़ी मांग रहा हूँ। यह फॉरगिवनेस दी होर हायर स्टेज है। जितना ਅਸੀਂ ਉੱਚੇ ਉੱਚੇ ਚੜ੍ਹਦੇ ਜਾਂਦੇ ਹਾਂ ਤਾਂ ਪਤਾ ਲੱਗਦਾ ਜਾਂਦਾ ਹੈ ਕਿ ਮੇਰੇ ਨਾਲ ਰੱਬ ਜੀ ਹਨ। ਜਾਂ ਖਿਮਾ ਤਾਂ ਆਪ, ਦ ਮੂਮੈਂਟ ਯੂ ਫੋਰਗਿਵ ਅਦਰਸ, ਰੱਬ ਜੀ ਆਪ ਮੌਜੂਦ ਨੇ। ਸਾਡੀ ਬੋਲੀ ਹੀ ਠੀਕ ਨਹੀਂ ਹੁੰਦੀ, ਬਚਪਨ ਤੋਂ ਸਿੱਖੀ ਹੋਈ ਬੋਲੀ। ਇੱਕ ਬੰਦਾ ਜਾ ਕੇ ਬੱਸ ਵਾਲੇ ਨੂੰ ਕਹਿੰਦਾ ਹੈ, ਉਹ ਕਿਉਂ ਭਾਊ ਇਹ ਖਟਾਰਾ ਕਦੋਂ ਚੱਲੂਗੀ? ਬੱਸ ਖਾਲੀ ਸੀ। ਇਹਨੇ ਡਰਾਈਵਰ ਨੂੰ ਪੁੱਛਿਆ, ਓਏ ਭਾਊ ਇਹ ਖਟਾਰਾ ਕਦੋਂ ਚੱਲੂਗੀ? ਉਸ ਤੋਂ ਬਾਅਦ ਲੜਾਈ ਹੋਈ, हॉस्पिटल पहुंच गए और पुलिस केस बन गया और इन्हों पूछा गया आपको इतनी चोटें लगी हैं, ड्राइवर ने इतना आपको मारा, आपने भी उसको मारा और पुलिस केस बन गया। दोनों हॉस्पिटल में पहुंच गए। जब होश आई है हुआ क्या था, कहता मैं सिर्फ उन्होंने जाके इन्ना पूछया सी। ड्राइवर ने पूछा आपने उसको मारा क्यों था, कहता उसने पूछया था। क्या पूछया था? उसने कहा था क्यों पाऊए खटारा कदों चलूगी। बस मैं सिंपली इन्ना कह दिता जदों तेरे वर्गे कबाड़ियां नाल भर जाएगी। जैसी चिट्ठी भेजो वैसी ही चिट्ठी वापस आती है, उसी चिट्ठी का जवाब वापस आता है। लेकिन दुनिया विच लोकां नूं इह भुलेखा पै जांदा है कि जे मैं मिठा बोलां तो अगों दूजा भी मिठा बोले। साध संगत जे सिंसीयरली मिठा बोलीए ना, दूजा फिक्का बोलदा बोलदा आस्ता आस्ता मिठा हो जाता है। बट वी डोंट हैव टू मेक मिठा अदर्स, आई हैव टू लर्न मैं मिठा बोलना है। मिठ बोलड़ा जी हर सज्जन स्वामी मोरा हो संभल थकी जी, वो कदे ना बोले कौड़ा। जदों मैं कौड़ा बोल नहीं बोलांगा तो वही पहली निशानी होएगी। मैं अपनी क्लास में किसी को नहीं कहूँगा अबे क्या लग रहा है, पागल लग रहा है। मैं किसी को कहूँगा अभी तेरी शक्ल तो ऐसे लग रही है, बड़ी गोरी लग रही है, क्या लगाती है आजकल? उन्होंने कहा मैं तो फेयर एंड लवली क्रीम लगाती हूँ। कोली बेचारी काली कुड़ी खड़ी सी, वो थोड़ा जा शर्मा के चेप गई। कहती अच्छा फिर इसने क्या लगाया है? कहती इन्हें चेरी ब्लॉसम शू पॉलिश लगाई। गोरा और काला ना चेरी ब्लॉसम नाल होंदा है ना बालियां क्रीमां दे नाल होंदा है। मैनू चैक करना मेरा मन काला है कि नहीं। बाहरले काले रंग नूं नहीं निंदना चाहिए। बारला काला रंग कोई गलती नहीं है, कोई करूपता नहीं है। पर मेरा बाहरला रंग गोरा होवे और मेरा मन काला होवे, दैट इज़ करूपता, दैट इज़ पॉल्यूशन। इस करके बाहरले गोरे काले रंग नूं किसी दे नाल डिस्क्रिमिनेट करने की जरूरत नहीं है। पर मेरे बोल चंगे नहीं ने तो मैं क्लास ही चंज बोलांगा। देख क्या लग रहा है, उन्होंने कहते ने बुली करन वाला। बुली उही करदा जिहदी जुबान ठीक नहीं है। वड्डा होके बुली करेगा कि तुसी जी बिल्कुल सिंपल सादा विआह कर लिया, शराब ही नहीं वरताई, कि तुसी दाज ही नहीं लिया, कि तुसी ऐ नहीं कीता वो नहीं कीता। बुली करते हैं
ਬੁਲੀ ਕਰਨ ਵਾਲਾ ਫਿੱਕਾ ਬੋਲ ਬੋਲਦਾ ਹੈ। ਕਿਉਂ? ਕਿਉਂਕਿ ਉਹਦਾ ਤਨ ਮਨ ਫਿੱਕਾ ਹੋ ਚੁੱਕਾ ਹੈ। ਇਹਦਾ ਮਤਲਬ ਅਸੀਂ ਕਿਸੇ ਨੂੰ ਬੁਲੀ ਨਹੀਂ ਕਰਾਂਗੇ ਜੇ ਅਸੀਂ ਫਿੱਕਾ ਨਹੀਂ ਬੋਲਦੇ, ਜੇ ਅਸੀਂ ਆਪਣੇ ਆਪ ਨੂੰ ਸਪੀਕਿੰਗ ਟਰਮਸ ਵਿੱਚ ਬੋਲਦੇ ਕਿਉਂ ਆ? ਜਸਟ ਫॉर ਕਮਿਊਨੀਕੇਸ਼ਨ। ਸਪੀਕਿੰਗ ਇਜ਼ ਫॉर ਕਮਿਊਨੀਕੇਸ਼ਨ। फर्स्ट कम्युनिकेशन मेरे नाल, मेरे इंद्रिय ज्ञानेंद्रिया नाल। हाउ टू स्पीक, मेरे को अपने सारे अंगों के साथ कैसे बात करनी चाहिए, यदि अकल आनी चाहिए है, यह ज्ञान लेना चाहिए। दूजा, बाकी लोगों नाल किवें बोलीदा है, ये अकल सीखनी चाहिए है। ये अकल हुंदा सुभाव, ये अकल हुंदा भाव, ये अकल हुंदा प्यार। माँ देखी है? माँ, सारे बच्चे दसो, माँ अच्छी होती है ना? यस और नो? माँ कितना प्यार करती है। एक बच्चा बारिश विच छतरी लैके आया, छतरी अद्धी किनारे तो इंज पुट्ठी, तार टुट गई सी और उल्टी हुई हुई सी, ਇਹਦੇ ਗੋਡਿਆਂ तक ਪੈਂਟ गिल्ली हो गई सी। जो ही अंदर वड़िया, प्यो ने गुस्सा किया, अक्ल नहीं है, बारिश वेले की फायदा होया, छतरी लैके भी गया, गोडे गिले हो गए, बीमार हो जाइदा है। गुस्से दे नाल प्यो बोलिया। फिर वड्डी भैन बोली, मैंने इसको मना किया था, ये मानता ही नहीं है। भरा बोलिया, मैंने इसको कहा था ये मेरी छतरी है, मेरी छतरी क्यों लेके गया। सारे उसनू गुस्सा करते ने ना, है ना? उच्चा बोलो बच्चे, करते ना। ये सारिਆਂ ਦੇ गुस्सा करन तो बाद माँ पता की कहती है, ये बारिश नू हुणे ही आना सी। माँ नू छतरी नाल कोई ताल्लुक, माँ नू तेरी पैंट गिल्ली हो गई तेरा ताल्लुक नहीं है। माँ का एक भाव है, माँ का एक प्यार है, एक जज्बा है। काश ये जज्बा सानू आ जाए। वी शुड बी कंसर्न्ड अबाउट दैट पर्सन। प्यार, प्यार दी बोली नू कहंदे ने भाख्या भाव अपार। ये अनलिमिटेड होंदी है, इहदे विच अपना पेशेंस असी लूज नहीं करते हाँ। कदों पेशेंस लूज करते हैं? जदों मैं इनसिक्योर फील कर रहा। कदों पेशेंस लूज करते हैं? जदों मैं जितना चाहता हाँ। कदों पेशेंस फील करते हैं, पेशेंस लूज करते हैं? जदों मैनूं लग रहा मैं हार जावांगा। धार्मिक दुनिया विच बहसा करना, बिजनेस की दुनिया विच बहसा करना, मैनूं ज़्यादा पता है। ये गल बच्चों विच जदों आ जाती है, वो कंपीटीशन की रेस विच पै जाते हैं। कंपीटीशन की रेस पढ़ाइयाँ की भी होती है, कंपीटीशन रेस ये भी होती है, तेरा कोई बॉयफ्रेंड ही नहीं है। कंपीटीशन रेस यह भी होती है, तेरी कोई गर्लफ्रेंड ही नहीं है। कंपटीशन रेस यह भी होती है, मम्मी मैं क्या करूं स्कूल में, कोई लड़का मेरी तरफ देखता ही नहीं। कई किस्म की कंपटीशन रेस होती है। जदों मैं अपने आप को इनसिक्योर फील करदा, किसी को बुरा समझदा, तां मेरे बोल बिगड़ते हैं। किसी को चंगा समझदा तो उस वेले मैं अपनी जबान संभालदा। इसका मतलब मैं कदे कुछ होंदा, कदे कुछ होंदा, कदे उच्चा कदे नीवा। इस शब्द च ऐसे बड़े सारे अखर आएंगे। मेरे अंदर फिक्के बोल जदों आए, इसका मतलब मेरी ना एक कंपैरिजन किया जा रहा। तुम्मी तुम्मा विस, राग माज विच, माज की वार, श्लोक महला पहला, गुरु नानक साहब का शब्द। तुम्मी, तो सारे ने एक तारा वजांदे देखा, छोटा जिहा इत्थे तुम्मी होंदी है, राइट? से स्मॉल पंपकिन या छोटा लोकी किया, गोल जिहा, वो कौड़ा होंदा है। वो जितना ज़्यादा कौड़ा होवे उतना उहदा म्यूजिक वधिया वजदा है। पर वो जितना मर्जी तीर्थां दे कंढे ते वसदा होवे, रहिंदा वो फल कौड़ा ही है। तुम्मी इंज इसी साइज विच वड्डा तुम्मा। तुम्मी तुम्मा विस, अंदर जहर,
ਮੇਰੇ ਪਿਆਰੇ ਬੱਚਿਓ, ਜੇ ਅਸੀਂ ਪੜ੍ਹਾਈ ਕਰ ਵੀ ਲਈ ਔਰ ਮੈਨੂੰ ਮੇਰੇ ਪੇਰੈਂਟਸ ਨਾਲ ਜਾਂ ਆਸ-ਪਾਸ ਦੇ ਦੋਸਤਾਂ ਮਿੱਤਰਾਂ ਨਾਲ ਬੋਲਣਾ ਨਹੀਂ ਆਉਂਦਾ, ਮੈਂ ਅੰਦਰ ਵਿਸ ਜ਼ਹਿਰ ਘੋਲ ਰਿਹਾ ਹਾਂ। ਜ਼ਹਿਰ ਅੰਦਰ ਘੋਲਦਿਆਂ ਅੱਕ ਨੂੰ ਪੋਇਜ਼ਨਸ ਪਲਾਂਟ ਕਹਿੰਦੇ ਨੇ, ਜਿਹਨੂੰ ਇੰਗਲਿਸ਼ ਵਿੱਚ ਮਿਲਕ ਵੀਡ ਕਹਿੰਦੇ ਨੇ। ਤੁਸੀਂ ਸਭ ਨੇ ਅੱਕ ਦਾ ਪੌਦਾ ਵੀ ਦੇਖਿਆ ਹੋਇਆ। ਧਤੂਰਾ ਵੀ ਇੱਕ ਐਸਾ ਪਲਾਂਟ ਹੁੰਦਾ ਹੈ ਜਿਹਨੂੰ ਲੋਕੀ ਖਾਸ ਤੌਰ ਤੇ ਐਪਲ ਦੇ ਅੰਦਰ ਮਿਕਸ ਕਰਕੇ ਕਿਸੇ ਨੂੰ ਵੀ ਖਵਾ ਕੇ ਨਸ਼ੇ ਵਿੱਚ ਕਰਕੇ ਉਹਨੂੰ ਲੁੱਟ ਲੈਂਦੇ ਨੇ। ਤੁੰਮੀ ਤੁੰਮਾ ਵਿਸ ਇਜ਼ ਪੋਇਜ਼ਨ। ਅੱਕ, ਧਤੂਰਾ, ਨਿੰਮ ਦਾ ਉਹ ਪੇੜ ਹੁੰਦਾ ਹੈ ਜਿਹਦੇ ਅੰਦਰ ਕੁੜਿੱਤਨ ਹੁੰਦੀ ਹੈ, ਪਰ ਇਹ ਸਾਰੇ ਕੁਦਰਤ ਦੀ ਕਾਇਨਾਤ ਵਿੱਚ ਬਣੇ ਹੋਏ ਨੇ। ਇਹਨਾਂ ਦੀ ਕੁੜਿੱਤਨ ਇਹਨਾਂ ਦੇ ਅੰਦਰ ਕਿਉਂ ਹੁੰਦੀ ਹੈ? ਉਹ ਕੁਦਰਤ ਦੇ ਨਿਯਮਾਂ ਸਿਸਟਮਸ ਦੇ ਮੁਤਾਬਕ ਹੈ। ਪਰ ਇਹਨਾਂ ਵਾਲੀ ਕੁੜਿੱਤਨ ਮੇਰੇ ਅੰਦਰ ਆ ਗਈ, ਉਹ ਜ਼ਹਿਰ ਬਣ ਗਿਆ। ਤੁੰਮੀ ਤੁੰਮਾ ਵਿਸ, ਅੱਕ, ਧਤੂਰਾ, ਨਿੰਮ, ਫਲ, ਇਹ ਸਾਰੇ ਜਿਤਨੇ ਫਲ ਨੇ ਇਸ ਕਿਸਮ ਦੇ, ਇਹ ਸਾਰੇ ਮੇਰੇ ਅੰਦਰ ਆ ਗਏ ਨੇ। ਸਾਰਿਆਂ ਦੇ ਖਿਆਲ ਮੈਂ ਹੰਢਾਉਂਦਾ ਹਾਂ, ਸਾਰਿਆਂ ਦਾ ਜ਼ਹਿਰ ਮੈਂ ਘੋਲਦਾ ਹਾਂ। ਤੁਹਾਡੇ 'ਚੋਂ ਜਿਸ ਨੂੰ ਇਹ ਗੱਲ ਸਮਝ ਆ ਜਾਏਗੀ, ਉਹ ਤੁੰਮੀ ਤੁੰਮਾ ਅਤੇ ਅੱਕ ਧਤੂਰਾ ਵਾਂਗੂ ਜ਼ਹਿਰ ਨਹੀਂ ਘੋਲਿਆ ਕਰੇਗਾ। ਜਿਹਦੇ ਮਨ ਅੰਦਰ ਇਹ ਜ਼ਹਿਰ ਘੁਲ ਗਿਆ, ਉਹਨੂੰ ਕਹਿੰਦੇ ਨੇ ਮਨ ਮੁਖ ਵਸੈ ਤਿਸ। ਉਹਦੇ ਮਨ ਦੇ ਮੁਖ ਦੇ ਅੰਦਰ ਇਹ ਜ਼ਹਿਰ ਵਸ ਗਿਆ। ਸੋ ਸਾਡੀ ਸਪੀਕਿੰਗ ਟਰਮਸ ਤਾਂ ਠੀਕ ਹੋਣਗੀਆਂ। ਵੀ ਵਿਲ ਲਰਨ ਹਾਊ ਟੂ ਸਪੀਕ unless we omit, we delete, we dig out, or we should suck that poison from our मन। जो तक मन चों सकिंग करके कढ़ांगे नहीं, साफ नहीं करांगे, ਤਾਂ तक मैं तीरथ ते नहीं नाता। मनमुख लफज ਨੂੰ ਉਚਾਰਨ ਵੇਲੇ ਅਸੀਂ ਕਰਾਂਗੇ ਮਨ, ਨੰਨੇ ਨੂੰ ਸਿਆਰੀ ਹੈ, ਮਨ ਮੁਖ। ਮਨ ਦੇ ਮੁਖ ਦੇ ਅੰਦਰ ਮਨਮੁਖ ਵਸੈ ਤਿਸ, ਜਿਸ ਤੋਂ ਚਿਤ ਨਾ ਆਵਈ, ਜਿਸਨੇ ਰੱਬ ਨੂੰ ਇਗਨੋਰ ਕੀਤਾ ਹੈ, ਐਬਸੈਂਟ ਕੀਤਾ ਹੈ। ਨਾਨਕ ਕਹੀ ਹੈ ਕਿਸ ਹੰਡਨ ਕਰਮਾ ਬਾਹਰੀ। ਕਰਮਾ ਹੁੰਦਾ ਗ੍ਰੇਸ, ਕਿਰਪਾ ਮੀਨਸ ਸਤਿਗੁਰ ਦੀ ਮੱਤ, ਸੱਚ ਦਾ ਗਿਆਨ, ਜੋ ਇਸ ਤੋਂ ਬਾਹਰ ਜੀਂਦੇ ਹਨ, ਜੋ ਉਸ ਨੂੰ ਲੈਂਦੇ ਨਹੀਂ ਹਨ, ਇਹਨੂੰ ਹੰਡਾਉਂਦੇ ਹਨ। ਕਿਹਨੂੰ ਹੰਡਾਉਂਦੇ ਹਨ? ਬੱਚੇ ਬੋਲੋ, ਕਿਸ ਨੂੰ ਹੰਡਾਉਂਦੇ ਹਨ? ਵਿਸ, ਪੋਇਜ਼ਨ, ਜੋ ਤੁੰਮੀ ਤੁੰਮਾ ਦੇ ਵਿੱਚ ਹੁੰਦਾ ਹੈ, ਨਿੰਮ ਦੇ ਵਿੱਚ ਹੁੰਦਾ ਹੈ, ਧਤੂਰੇ ਵਿੱਚ ਹੁੰਦਾ ਹੈ। ਅਸੀਂ ਜਦੋਂ ਬੜਾ ਮਿੱਠਾ ਬੋਲ ਕੇ ਕਿਸੇ ਨੂੰ ਲੁੱਟ ਲੈਂਦੇ ਹਾਂ, ਤਾਂ ਇਹ ਵੀ ਧਤੂਰਾ ਹੀ ਹੈ। ਕਿਸੇ ਨੂੰ ਮਿੱਠਾ ਧਤੂਰਾ, ਮਿੱਠੇ ਦੇ ਅੰਦਰ ਧਤੂਰਾ ਮਿਲਾ ਕੇ ਖਵਾ ਦਿੱਤਾ, ਉਹਨੂੰ ਕਹਿੰਦੇ ਨੇ ਮੋਮੋ ਠਗਣਾ। unless मन knows कि मैनू किवें बोलना है, we cannot speak to our organs। मैं अपने अंगां दे नाल गल नहीं कर सकता। जे मेरे मन नूं नहीं ना पता, मैं अपनी ज़बान नाल गल नहीं कर सकता कैसा बोलना चाहिए। मैं अपने कन्नां नाल गल नहीं कर सकता कि कैसे बोल सुनने चाहिए ने। मैं अपनी अखां नाल गल नहीं कर सकता कि किस तरह किसी नाल अखां नाल गल्लां करीदा है। मैनू नहीं पता। जे मैनू मन दियां अखां दे बोल भी समझ आ जाते ने, तो मेरी माँ मैनू इशारा करती है इंज, ते घर आए ने मेहमान, माँ दे अख दे इशारे पलक झपकन सार मैनू समझ आ गया, माँ कह रही है बेटा अंदरों गिलास पानी ले आ, अंदरों गिलास पानी ले आ। क्या नहीं है? अख दे इशारे नाल ही। अपने इंद्रे ज्ञानेंद्रियां नाल गल करनी आ जाए ना, फिर दूजियां दे भी एक्शन समझ आ जाते हैं। जिन्हां दे माता पिता
ਇਸ਼ਾਰੇ ਨਾਲ ਹੀ ਗੱਲ ਕਰਦੇ ਨੇ ਨਾ, ਬੱਚਾ ਸਮਝ ਜਾਂਦਾ ਮਾਂ ਪਿਓ ਕੀ ਚਾਹੁੰਦੇ ਨੇ, ਸੱਸ ਕੀ ਚਾਹੁੰਦੀ ਹੈ, ਨੂੰ ਸਮਝ ਆ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਆਪਣੇ ਅੰਗਾਂ ਦੇ ਨਾਲ ਗੱਲ ਕਰਨੀ ਆ ਗਈ ਹੈ। ਇਸ ਕਰਕੇ ਦੂਜਿਆਂ ਦਾ ਇਸ਼ਾਰਾ ਵੀ ਸਮਝਦੇ ਨੇ। ਜਿਸ ਨੂੰ ਆਪਣੇ ਸੁਰਤ ਮਤ ਮਨ ਬੁੱਧ ਨਾਲ ਗੱਲ ਨਹੀਂ ਕਰਨੀ ਆਈ, ਜਿਸ ਮਨ ਨੂੰ ਉਹ ਦੂਜਿਆਂ ਦੇ ਉੱਚੇ ਬੋਲ ਬੋਲੇ ਹੋਏ ਵੀ ਨਹੀਂ ਸਮਝ ਸਕਦਾ। ਇੱਕ ਵਾਰੀ ਮੈਨੂੰ ਕੁਐਸਚਨ ਆਇਆ ਸੀ, ਜਿਹੜਾ ਦੂਰ ਬੈਠਾ ਹੋਵੇ ਉਹ ਫਿਰ ਵੀ ਸਾਡੀ ਗੱਲ ਸੁਣ ਲੈਂਦਾ, ਜਿਹੜਾ ਨੇੜੇ ਬੈਠਾ ਹੋਵੇ ਅਸੀਂ ਉਹਦੇ ਨਾਲ ਉੱਚਾ ਕਿਉਂ ਬੋਲਦੇ ਹਾਂ, ਅਸੀਂ ਉਹਦੇ ਨਾਲ ਹੋਰ ਤੇ ਹੋਰ ਉੱਚਾ ਕਿਉਂ ਬੋਲਦੇ ਹਾਂ। ਮੈਂ ਉਹਨੂੰ ਕਿਹਾ, ਦਰਅਸਲ ਉਸ ਵੇਲੇ ਅਸੀਂ ਮਨ ਕਰਕੇ ਦੂਰ ਹੋ ਕੇ ਹੁੰਦੇ ਹਾਂ, ਇਸ ਕਰਕੇ ਸਾਨੂੰ ਉੱਚਾ ਬੋਲਣਾ ਪੈਂਦਾ ਹੈ। ਜਿਹੜਾ ਇਨਸਾਨ ਸਾਡੇ ਕੋਲ ਬੈਠਾ ਹੈ, ਅਸੀਂ ਉੱਚਾ ਬੋਲ ਕੇ ਗਾਲ ਕੱਢ ਕੇ ਆਪਣਾ ਵੋਲਿਊਮ ਉੱਚਾ ਕਰਕੇ ਚਾਰ ਭੈੜੇ ਬੋਲ ਕੇ ਅਸੀਂ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਐਜ਼ ਇਫ ਕਿ ਉਹ ਦੂਰ ਬਹੁਤ ਹੈ। ਪਰ ਜਿਹਦੇ ਨਾਲ ਪਿਆਰ ਹੈ ਨਾ, ਉਹਦੇ ਨਾਲ ਅਸੀਂ ਬੋਲੀ ਪਤਾ ਕੀ ਸਿੱਖ ਜਾਂਦੇ ਹਾਂ, ਤੇਰੇ ਭਾਣੇ ਸਰਬੱਤ ਦਾ ਭਲਾ। ਕੋਈ ਇਨਸਾਨ ਮੈਨੂੰ ਜਾਣਦਾ ਵੀ ਨਹੀਂ ਹੈ, ਜਾਂ ਮੇਰਾ ਰਿਸ਼ਤੇਦਾਰ ਹੈ, ਜਾਂ ਕਿਸੇ ਹੋਰ ਕੌਮ ਦਾ ਜਾਂ ਦੇਸ਼ ਦਾ ਹੈ, ਮੈਨੂੰ ਜਾਣਦਾ ਵੀ ਨਹੀਂ, ਮੇਰੀ ਆਵਾਜ਼ ਵੀ ਉਹਨੂੰ ਨਹੀਂ ਪਹੁੰਚੇਗੀ ਔਰ ਉਹ ਹੌਸਪੀਟਲ ਵਿੱਚ ਬਿਮਾਰ ਪਿਆ ਹੈ, ਮੈਂ ਘਰ ਬੈਠਾ ਅਰਦਾਸ ਕਰ ਰਿਹਾ, ਗੁਰਦੁਆਰੇ ਬੈਠਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੇਰਾ ਉਹਦੇ ਨਾਲ ਇਹ ਬੋਲਣਾ ਉਹਦੇ ਕੰਨਾਂ ਤੱਕ ਪਹੁੰਚਣ ਤੱਕ ਨਹੀਂ ਪਹੁੰਚੇਗਾ, ਪਰ ਰੱਬ ਜੀ ਦੀ ਦਰਗਾਹ ਵਿੱਚ ਇਹ ਬਿਲਕੁਲ ਕਲੀਅਰ, ਇਹਦਾ ਪੋਟੈਂਸ਼ੀਓਮੀਟਰ ਫੁੱਲ ਵੋਲਿਊਮ ਰਹੇਗਾ, ਉਹਨੂੰ ਪਹੁੰਚੇਗਾ। ਕੱਲ੍ਹ ਕਿਸੇ ਨੇ ਕੁਐਸਚਨ ਕੀਤਾ, ਵੀਰ ਜੀ ਤੁਸੀਂ ਅਰਦਾਸ ਬਾਰੇ ਕਹਿ ਰਹੇ ਹੋ ਕਿ ਜਦੋਂ ਘਰ ਅੱਗ ਲੱਗ ਜਾਏ ਤਾਂ ਕਿ ਫਿਰ ਅਸੀਂ ਅਰਦਾਸ ਨਾ ਕਰੀਏ। ਮੈਂ ਕੱਲ੍ਹ ਇਹ ਪੁਆਇੰਟ ਇਸ ਕਰਕੇ ਨਹੀਂ ਰੱਖਿਆ ਸੀ, ਅਰਦਾਸ ਦਾ ਬੜਾ ਕੀਮਤੀ ਫੰਡਾਮੈਂਟਲ ਹੈ ਗੁਰਮਤਿ 'ਚ, ਅਰਦਾਸ ਅਸੀਂ ਕਰਿਆ ਕਰੀਏ, ਪਰ ਅਰਦਾਸ ਕਰਦੇ ਹਾਂ ਆਪਣੇ ਨਾਲ, ਆਪਣੇ ਆਪ ਨਾਲ ਗੁਫ਼ਤਗੂ ਕਰਨਾ, ਆਪਣੇ ਅੰਦਰ ਦੇ ਰੱਬ ਜੀ ਦੇ ਨਾਲ ਗੱਲਬਾਤ ਕਰਨੀ। ਅਰਦਾਸ ਸੈਮੀਨਾਰ ਅਸੀਂ ਕੀਤਾ, ਅਰਦਾਸ ਕਰਨੀ ਕਿਉਂ ਚਾਹੀਦੀ ਹੈ, ਪਰ ਭੁਲੇਖੇ ਨਾਲ ਮੈਂ ਕੀ ਕਹਿੰਦਾ ਰਹਿੰਦਾ, ਜੇ ਮੈਂ ਕਹਾਂ ਮੇਰੇ ਘਰ ਪੁੱਤਰ ਹੋਇਆ ਪਰ ਮੇਰੇ ਭਰਾ ਦੇ ਘਰ ਵੀ ਪੁੱਤਰ ਹੋਇਆ, ਤਾਂ ਮੇਰੇ ਪੁੱਤਰ ਨੂੰ ਤੇ ਵੱਡਾ ਕਰ ਦਿਓ ਤਾਂ ਕਿ ਪ੍ਰਾਪਰਟੀ ਮੇਰੇ ਭਰਾ ਨੂੰ ਮੈਨੂੰ ਮਿਲ ਜਾਏ, ਮੇਰੇ ਪੁੱਤਰ ਦੇ ਨਾਂ ਹੋ ਜਾਏ, ਲੇਕਿਨ ਮੇਰੇ ਭਰਾ ਦਾ ਪੁੱਤਰ ਜਾਂ ਤੇ ਮਰ ਜਾਏ ਰੱਬ ਜੀ, ਜਾਂ ਉਹਦੇ ਘਰ ਜੰਮੇ ਹੀ ਨਾ। ਤਾਂ ਇਹ ਵਾਲੀ ਬੋਲੀ ਵਾਲੀ ਅਰਦਾਸ ਜਦੋਂ ਕਰਦੇ ਹਾਂ, ਕਿਸੇ ਨੂੰ ਹਰਾ ਦੇਣ ਵਾਲੀ, ਜਿੱਤ ਹਾਰ ਵਾਲੀ, ਜਿਹੜੇ ਲੋਕੀ क्रिकेट या फुटबॉल खेलने में लिए अरदास करते हैं, भगवान हमें जिता देना, दूसरी टीम के एक प्लेयर की टांग टूट जाए तो अच्छा है, रैफरी हमारी तरफ होना चाहिए। ये अरदासा रब जी नहीं सुनते हैं, इन्हों अरदास नहीं कहते हैं, इन्हों क्रूएलिटी कहते हैं, इन्हों जित हार की बेईमानी वाली बोली बोलते हैं। रब जी प्यार की बोली सिखाते हैं, प्यार की बोली मेरे अंदर रहते हैं, अपने आप नाल गल करना रब जी की बोली है। पर मैं जहर घोलदा मन मुख वस्सै ते जिस तो चित ना आवे, मैं रब जी नूं हाज़र नाज़र नहीं समझदा। जिहड़ा हाज़र नाज़र समझदा वो हमेशा अरदास कर रहा, क्यों? क्योंकि वो अपने नाल गल कर रहा, अपने इंद्रिय कहते अंदर वसते रब जी दे नाल गल जिहड़ा करदा है। वो बच्चा स्कूलों में, स्कूल तो पहला, स्कूल दे बाहर, स्कूल दे अंदर, कॉलेज पहुँच के ते घर पेरेंट्स नाल सब जगह रब जी नूं चित विच समझदा ना, उहदी बोली ठीक हो चुकी हुंदी है। नानक कहिए कि इस हंडन कर्मा बाहरे असी जेड़े मंदे ख्याल सब जगह लैके हंडाते रहंदे हाँ, वो ख्याल, वो गल्लां, वो अखर मैं माँ दे पेट अंदर सुने सी और बाहर आके वो मेरी जुबान ते आ गए। इसदा मतलब साडे चों जेड़ा भी बच्चा गाल कटदा है या जेड़ा टीचर भी गाल कटदा है, ये उसने अपने मम्मी पापा से सीखी है। पर किसी के मम्मी पापा गाला ना कटते होन तो उसने अपने चारों तरफ से सीखी हैं, चाहे मीडिया से सीखी हैं और चाहे इधर उधर से गलत आदत पकड़ ली है। जब किसी की भी गलत आदत पकड़ लेते हैं और बंदे बोलते हैं, उन्होंने कहते हैं जगत की पेडा चाल, उन्होंने कहते हैं लोकाचारी दी रीत। हुण दसदे ने मैं किस तरह हंडांदा हाँ, हाउ डू आई कैरी, भैड़े बोल वाला जहर, हम पॉइजन लेके कैसे जाते हैं।
ਜਦੋਂ ਵੀ ਟੀਚਰ ਸਪੋਜ਼ ਫੀਮੇਲ ਹੈ, ਉਹਦੀ ਘਰ ਸੱਸ ਜਾਂ ਪਤੀ ਨਾਲ ਲੜਾਈ ਹੋਈ ਹੈ, ਉਹ ਲੈ ਕੇ ਆਏਗੀ ਭੈੜੇ ਬੋਲ ਜ਼ਹਿਰ ਔਰ ਬੱਚਿਆਂ ਤੇ ਘੋਲ ਦੇਗੀ। ਘੋਲਿਆ ਅੰਦਰ ਹੈ, ਬੱਚਿਆਂ ਤੇ ਡੋਲ ਦੇਗੀ। ਜਿਹੜਾ ਪਤੀ ਹੈ ਟੀਚਰ, ਉਹ ਪਤਨੀ ਨਾਲ ਲੜ ਕੇ ਆਇਆ ਤਾਂ ਉਹ ਆ ਕੇ ਬੱਚਿਆਂ ਤੇ ਸਾਰਾ ਗੁੱਸਾ ਕੱਢ ਦੇਗਾ। ਪ੍ਰਿੰਸੀਪਲ ਟੀਚਰਾਂ ਤੇ ਕੱਢ ਦੇਗਾ। ਟੀਚਰਾਂ ਪ੍ਰਿੰਸੀਪਲ ਨਾਲ ਗੁੱਸਾ ਕਰ ਨਹੀਂ ਸਕਦੀਆਂ। ਬੋਨਸ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਝਗੜਾ ਚੱਲਦਾ ਹੈ, ਪ੍ਰਮੋਸ਼ਨ ਚੱਲਦੀ ਹੈ, ਉਹ ਕੱਢ ਨਹੀਂ ਸਕਦੇ ਨੇ, ਉਹ ਬੱਚਿਆਂ ਤੇ ਕੱਢਦੇ ਨੇ। ਬਿਜ਼ਨਸਮੈਨ ਦੁਕਾਨ ਦੇ ਘਾਟੇ ਘਰ ਆ ਕੇ ਕੱਢ ਦਿੰਦਾ ਹੈ। ਇਸ ਤਰ੍ਹਾਂ ਹੁਣ ਮੈਨੂੰ ਅੱਗੇ ਸਮਝਾਉਂਦੇ ਨੇ ਕਿਸ ਤਰ੍ਹਾਂ ਹਾਊ ਵੀ ਕੈਰੀ ਭੈੜਾ ਬੋਲ। ਮਤ ਪੰਖੇਰੂ, ਮੇਰੇ ਮਨ ਕੀ ਮਤ ਪੰਛੀ ਬਣ ਕੇ ਬਾਹਰ ਚਲੀ ਜਾਂਦੀ ਹੈ। ਕਿਰਤ ਸਾਥ, ਕਬ ਉੱਤਮ ਕਬ ਨੀਚ, ਇਹ ਉੱਡ ਉੱਡ ਕੇ ਜਾਂਦੀ ਹੈ। ਕਦੇ ਚੰਗਾ ਬਣ ਜਾਂਦੀ ਹੈ, ਚੰਗੇ ਪੇੜ ਤੇ ਜਾ ਕੇ ਬੈਠ ਜਾਂਦੀ ਹੈ, ਕਦੀ ਭੈੜੇ ਅੱਖ ਧਤੂਰਾ ਵਰਗੇ ਜ਼ਹਿਰੀਲੇ ਪੇੜਿਆਂ ਤੇ ਜਾ ਕੇ ਬੈਠ ਜਾਂਦੀ ਹੈ। ਕਬ ਉੱਤਮ ਕਬ ਨੀਚ, ਕੌਣ? ਮੇਰੇ ਮਨ ਦੇ ਪੰਛੀ ਜਿਹੜੇ ਪੇੜਾਂ ਤੇ ਜਾ ਕੇ ਬੈਠ ਜਾਂਦੇ ਨੇ। ਕਬ ਚੰਦਨ ਕਬ ਅੰਕ ਡਾਲ, ਕਦੇ ਚੰਦਨ ਖੁਸ਼ਬੂਦਾਰ, ਕਬ ਅੰਕ ਡਾਲ, ਅੰਕ ਡਾਲ ਕੋਈ ਜ਼ਹਿਰੀਲੀ ਡਾਲੀਆਂ ਤੇ ਬੈਠਣਾ। जितना ਤੁਸੀਂ ਫਿਲਮਾਂ 'ਚ देखते हो ना, विलन कैसे बोलता है या हीरो दूसरों को चुप कराने के लिए कैसे गुस्सा करता है, वो सारी आदत सानू आ जाती है। ਇਹ अंक डाल है, डालियों पर बैठ जाना। पर उन्होंने तो फिल्म ਵਿੱਚ अभिनय ਕੀਤਾ ਸੀ, ਅਸੀਂ ਫਸ ਗਏ। ਜਦੋਂ ਅਸੀਂ ਫਿਲਮਾਂ ਵਿੱਚ ਇਹ ਸਭ ਕੁਝ ਦੇਖ ਲੈਂਦੇ ਹਾਂ ਤਾਂ ਸਾਡਾ ਬੋਲ ਵੈਸਾ ਬਣਦਾ ਜਾਂਦਾ ਹੈ। ਸਾਨੂੰ ਸੋਚਣਾ मैंने इस डाली पर बैठना कि नहीं बैठना। कब ਉੱਚੀ ਪ੍ਰੀਤ, ਕਦੇ ਕਦੇ ਅਸੀਂ ਧਾਰਮਿਕ ਬਣਨ ਦਾ ਹੀ ਡਰਾਮਾ ਕਰਦੇ ਹਾਂ। ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ, ਇਹ ਰੱਬ ਜੀ ਦੀ ਰੀਤ ਹੈ। ਇਹ ਤਰੀਕਾ ਹੈ ਕਿ ਜੈਸਾ ਤੇਰੇ ਮਨ ਨੇ ਭੈੜੇ ਬੋਲ ਇਕੱਠੇ ਕੀਤੇ ਨੇ, ਤੇਰਾ ਸਰੀਰ ਤੇਰੇ ਅੰਗ ਵੈਸੀ ਬੋਲੀ ਬੋਲਿਆ ਕਰਨਗੇ। ਔਰ ਜੇ ਤੇਰੇ ਮਨ ਨੇ ਚੰਗੇ ਬੋਲ ਸਿੱਖੇ ਨੇ, ਇਹ ਮਤ ਜੈਸਾ ਸੇਵੇਂ ਤੈਸੋ ਹੋਏ। ਇਹ ਰੀਤ ਹੈ ਰੱਬ ਜੀ ਦੀ। ਨਾਨਕ ਹੁਕਮ ਚਲਾਈ ਹੈ, ਕੁਦਰਤ ਦਾ ਨਿਯਮ ਹੈ। ਫਿੱਕੇ ਬੋਲ ਸਿੱਖੇ ਨੇ, ਫਿੱਕਾ ਹੀ ਬੋਲੋਗੇ। ਮਿੱਠੇ ਬੋਲ ਸਿੱਖੇ ਨੇ, ਮਿੱਠਾ ਹੀ ਬੋਲੋਗੇ। ਜਿਸ ਕੁੜੀ ਨੂੰ ਉਹਦਾ ਪਤੀ ਬੈਡਰੂਮ ਦੇ ਅੰਦਰ ਗਾਲਾਂ ਕੱਢਦਾ ਹੈ, ਉਹ ਕੁੜੀ ਅੰਦਰ ਸੋਚਦੀ ਹੈ ਇਹਦੀ ਮਾਂ ਨੇ ਇਹਨੂੰ ਮਿੱਠੇ ਬੋਲ ਨਹੀਂ ਸਿਖਾਏ। ਪਰ ਹੋ ਸਕਦਾ ਮਾਂ ਮਿੱਠੇ ਬੋਲ ਸਿਖਾਉਂਦੀ ਹੋਵੇ, ਇਹਨੇ ਸਿੱਖੇ ਨਹੀਂ। ਕਾਸ਼ ਇਹਨੂੰ ਕੋਈ ਸਿਖਾਉਂਦਾ। ਇਹ ਸਾਡੀਆਂ ਪੜ੍ਹਾਈਆਂ 'ਚ ਨਹੀਂ ਸਿਖਾਏ ਜਾਂਦੇ ਨੇ, ਇਹ ਸਿੱਖਣੇ ਨੇ ਅਸੀਂ। ਇਹ ਅਸਲੀ ਪੜ੍ਹਾਈ ਹੈ। ਪਰ ਇਹ ਧਰਮ ਦੀ ਦੁਨੀਆ 'ਚ ਸਿਖਾਈ ਜਾਂਦੀ ਹੈ। ਪਰ ਧਰਮ ਦੀ ਦੁਨੀਆ ਵਿੱਚ ਰਾਗੀ ਜੀ, ਗਿਆਨੀ ਜੀ, ਭਾਈ ਜੀ, ਸੇਵਾਦਾਰ ਜੀ, ਗ੍ਰੰਥੀ ਜੀ, ਕਾਜ਼ੀ ਜੀ, ਪੰਡਿਤ ਜੀ, ਲੋਕੀ ਉਹਨਾਂ ਦੇ ਨਾਲ ਭੈੜੇ ਬੋਲ ਬੋਲਦੇ ਨੇ। ਅਸੀਂ ਉੱਥੋਂ ਵੀ ਸਿਖਾਉਂਦੇ ਹਾਂ ਕਿ ਇੱਕ ਦੂਜੇ ਨਾਲ ਭੈੜੇ ਬੋਲ ਬੋਲਦੇ। ਲੋਕੀ ਧਾਰਮਿਕ ਸਥਾਨ 'ਤੇ ਲੜਦੇ ਨੇ, ਅਸੀਂ ਉੱਥੋਂ ਇਹ ਵੀ ਸਿਖਾਉਂਦੇ ਹਾਂ ਗਾਲਾਂ ਕੱਢੀਦਾ, ਲੜੀਦਾ, ਰੱਬ ਨੂੰ ਐਬਸੈਂਟ ਕਰ ਦਈਦਾ। ਪੌੜੀ 'ਚ ਸਮਝਾਉਂਦੇ ਨੇ केते करें वख्याण कह कह जामना, बड़े बड़ियां गल्लां समझाइयां जांदियां, वख्याण कीते जाते हैं, पर सब गौन। वेद करें वख्याण अंत ना पावना, मेरे अंदरों सच मैनूं दस्या जा रहा है, ਉਹਦਾ ਤੇ ਅੰਤ मैं पा नहीं सकता। पर बाहरों बड़े ग्रंथां नाल भी मैनूं सच दस्या जा सकता, रब दा ते अंत पाया नहीं जा सकता। मेरे मन दे भैड़े बोलां दा भी अंत नहीं पाया जा सकता। मैनूं समझ नहीं आ रही। पढ़िया ना ही भेद बुझिया पावना, दुनियावी पढ़ाई कर लो और धर्म की पढ़ाई कर लो, इन्हां गल्लां नाल कुछ नहीं बनता। धर्म के जितने मर्जी ग्रंथ पढ़ लो, याद कर लो, बहस कर लो, और दुनियावी जितनी ऊँचियाँ पढ़ाइयाँ कर लो, ये सारियां दे नाल कुछ नहीं होता। भेद बुझिया पावना, ये बात को समझना। असली तत्व ज्ञान ये है क्या कि बोलते कैसे हैं, बात कैसे की जाती है। बड़े आराम नाल भी किया जा सकता है। जे असी कोई गल कर, नो आई डिसएग्री विद यू, एकदम असी छित्थे पै के उन्होंने अंजवट्टा मारते हैं। बड़े आराम नाल कह सकते हैं मैनूं तुहाडी गल समझ नहीं आई, या हो सकता है मैं अपना ख्याल पेश करा।
ਵੈਰੀ ਸਿੰਪਲ। ਪਰ ਧਰਮ ਦੀ ਦੁਨੀਆ ਦੇ ਵਿੱਚ ਲੋਕ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ, ਇੱਕ ਦੂਜੇ ਦੀ ਪੱਤ ਉਛਾਲ ਦਿੰਦੇ ਨੇ, ਭੈੜੇ ਬੋਲ ਬੋਲਦੇ ਨੇ, ਉਹਨੂੰ ਨਾਸਤਕ ਕਹਿ ਦਿੰਦੇ ਨੇ, ਉਹਨੂੰ ਏਥਿਸਟ ਕਹਿ ਦਿੰਦੇ ਨੇ, ਉਹਨੂੰ ਕਮਿਊਨਿਸਟ ਕਹਿ ਦਿੰਦੇ ਨੇ, ਉਹਨੂੰ ਪਾਪੀ ਕਹਿ ਦਿੰਦੇ ਨੇ, ਉਹਨੂੰ ਪਤਿਤ ਕਹਿ ਦਿੰਦੇ ਨੇ। ਅਸੀਂ ਭੈੜੇ ਬੋਲ ਸਿੱਖੇ ਹੋਏ ਆ ਨਾ। ਪਰ ਧਰਮੀ ਜਿਹੜਾ ਹੁੰਦਾ ਨਾ ਉਹਨੂੰ ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰ ਤੇ ਜਾਣਿਆ, ਸਤਿਗੁਰ ਦੀ ਮੱਤ ਦਾ ਆਨੰਦ ਸਮਝ ਜਾਂਦਾ ਹੈ ਕਿ ਕਿਸ ਤਰ੍ਹਾਂ ਬੋਲਣਾ ਹੈ। ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰ ਤੇ ਜਾਣਿਆ, ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ। ਇੱਥੋਂ ਭੈੜੇ ਬੋਲ ਛੁੱਟ ਗਏ, ਗਿਆਨ ਅੰਜਨ ਸਾਰਿਆ, ਗਿਆਨ ਮਿਲ ਗਿਆ, ਮਨ ਦੀਆਂ ਅੱਖਾਂ ਨੂੰ ਗਿਆਨ ਮਿਲ ਗਿਆ। ਬੋਲੀ ਦਾ ਕਿਸ ਤਰ੍ਹਾਂ ਅੰਦਰੋਂ ਜਿਨਕਾ ਮੋਹ ਟੁੱਟਾ, ਭੈੜੇ ਬੋਲਾਂ ਤੋਂ ਮੋਹ ਛੋੜ ਦਿੱਤਾ। ਤਿਨਕਾ ਸ਼ਬਦ, ਉਹਨਾਂ ਦਾ ਬੋਲਣ ਦਾ ਢੰਗ ਸੱਚਾ ਸਵਾਰਿਆ, ਸਤਿਗੁਰੂ ਜੀ ਸਵਾਰ ਦਿੰਦੇ ਨੇ। ਤੁਹਾਨੂੰ ਕਦੇ ਵੀ ਟੀਚਰ ਭੈੜੇ ਬੋਲ ਬੋਲੇ ਕਦੇ ਨਾ सीखना, बल्कि मन बनाना अगर मैं टीचर होऊंगा मैं ऐसे बोल नहीं बोलूंगा। हज़ारां सालों तो टीचर के बोल बिगड़ते जा रहे हैं, बच्चे के बोल भी बिगड़ते जा रहे हैं। पर जिहड़ा टीचर मिठा बोलता है बच्चे उसकी गल नहीं सुनते हैं, क्लास में रौला पाते हैं। अल्टीमेटली टीचर मैनू क्वेश्चन करते हैं, ना वीर जी जे बच्चे रौला पाते हो फिर की करना चाहिए? तुसी डंडा मार के मनवा लो, तुसी उन्होंने गालां कढ़ के मुर्गा बना के मनवा लो, पर इत्थे तक गल मुक्केगी नहीं। बच्चा एक गंदियां आदतां सीख जाएगा, बच्चा ये बाहर जाके करेगा, बच्चा आतंकवादी टैररिस्ट बन जाएगा। जितने लोग इस तरीके के मिसबिहेव करते हैं उन्होंने उन्होंने माँ प्यो ने या किसी धार्मिक दुनिया में किसी ने उन्होंने नाल क्रूएलिटी की होंदी है तो वो इंज करते हैं। बिजनेस की दुनिया में उन्होंने किसी ने धोखा दिता होंदा, उसका बदला होरां नाल कढ़दे ने। पढ़िया ना ही भेद बुझिया पावना, खट दर्शन कै भेद किसै सच समावना। मैं स्कूल की पूरी वर्दी पाई होवे, और टाई भी लगाई होवे, सारा कोट पैंट पाया होवे, जो कलर दे दसे गए ने वर्दी पाई होवे, पढ़ाई ना करा बेकार है। सही है सोनो, स्कूल की वर्दी है ना, पर जे मैं वर्दी पूरी पाई है और मैं पढ़ता नहीं, बेकार है ना। उच्चा बोलो बच्चे। पर इसका मतलब ये नहीं है कि मैं वर्दी ना पाया करा। गल वर्दी मैनू पैड़े बोलने सिखा रही है, पर जे मैनू भुलेखा पै जाए कि मैं वर्दी पाई हुई है इस करके मैं स्कूल का बहुत अच्छा स्टूडेंट हूँ, तो फिर गड़बड़ है। वर्दी नाल सब कुछ नहीं हो जाता। इस धार्मिक दुनिया में मैं कोई भी भेख बनावा और भेख बना के जी बच्चा पढ़ाई ना करे, वर्दी की वैल्यू घट जाती है। एंड मैनू यह भुलेखा पै जाए मैं क्योंकि वर्दी पाई हुई है, मैं क्योंकि अपना सारा बारला भेख फिट रखा हुआ है, तां भी गड़बड़। इंज कई बारला भेख नू बिल्कुल ही कट देंदे ने और पूरी तरह पतत होकर सोचते हैं बस जी मन साफ होना चाहिए, पर फिर बोली तो साफ नहीं होती। इसका मतलब अपने आप को समझना है। जिवें किसी वेले खट दर्शन मन्निया जाता सी, इस तरह धर्म को मिला देगा। कहते नहीं, सच सच विच समाना नहीं आया, सच समाना असली के खेड है। सच्चा पुरख लख शब्द सुहावना, मन्ने नाउ बिसंख दरगाह पावना। जे असी रब जी की प्रेजेंस मनते हाँ तो इस उत्ते शक खत्म करना पेगा। बिसंख होंदा निरसंदेह, श्योर शॉट रब जी प्रेजेंट ने। जेड़े बच्चों को रब जी प्रेजेंट समझ आ जाते हैं ना, वो एग्जाम में नकल नहीं मारते हैं। उन्होंने उत्ते टीचर अज अमेरिका लंडन जैसी जगह टीचर ऊपर खड़ा ही नहीं होंदा सिर ते, बल्कि अनाउंस किया जाता अपनी किताबां नाल लै आना, अपना कंप्यूटर भी नाल लै आना, जो दिल करे खोल लेना। पर जे पढ़िया होएगा तो खोलोगे ना। रब जी नूं हाजिर नाजर समझ लिया ना तो निरसंदेह तू एक पाप कर्म नहीं कमाएगा भैड़े बोलदा। खालक को आदेश ढाडी गावना, रब जी का आदेश है वो मेरा मन ढाडी गाउंदा है ना जदों है मिठे बोलने। नानक जुग जुग एक मन वसावना। जुग जुग होंदा है अपना एक एक ख्याल ठीक कर लेना। हुण कब उत्तम कब नीच नहीं रहा। जदों कब उत्तम कब नीच ना रहे तो फिर हो जाता है दुख नाई सब सुख ही है रे, एक ही नेते। बुरा नहीं सब भला ही है रे, हार नहीं सब जीते। फिर कोई हार नहीं है,
ਹੁਣ ਇਹਦਾ ਮਤਲਬ ਇਹ ਹੋਇਆ ਜੇ ਤੁਹਾਡੇ ਚੋਂ ਕੋਈ ਬੱਚਾ ਇੰਡੀਅਨ ਟੀਮ ਵਿੱਚ ਹੋਏਗਾ ਜਾਂ ਆਪਣੇ ਸਕੂਲ ਦੀ ਟੀਮ ਵਿੱਚ ਹੋਏਗਾ, ਦੂਜੀ ਟੀਮ ਦੇ ਕੋਲੋਂ ਜਿੱਤੋਗੇ, ਉਹਨਾਂ ਨੂੰ ਹਿੱਪੇ ਪੁਰਰੇ ਨਹੀਂ ਕਰੋਗੇ, ਉਹਨਾਂ ਨੂੰ ਹਰਾ ਕੇ ਸ਼ਰਾਬ ਦੀ ਬੋਤਲ ਖੋਲ ਕੇ ਛਿੜਕ ਕੇ इस तरह सेलिब्रेट नहीं करोगे, क्यों? सेलिब्रेशन रियल अंदर है। मेरे को हारने जीतने का नहीं है, मैं तो खेलने के लिए आया था। फिर प्यार बनता है। गेम्स स्पोर्ट्स इस करके शुरू हुए थे कि हम एक दूसरे से मिले जुले, डिफरेंट प्रांतों के डिफरेंट देशों के लोग खेलों के नाम पर एक दूसरे से प्यार करें। पर आजकल तो शर्तां लगती हैं, लोग करोड़ों का सट्टा लगाते हैं। हार और जित का बड़ा जबरदस्त दुश्मनी चल रही होती है। तुहाडे चो जिहड़ा बच्चा है गल सीख जाएगा ना, वो हार जीत विच नहीं पेगा। जे हार जीत विच नहीं पेगा, सट्टा भी नहीं लगाया करेगा। छोटे छोटे बच्चे माँ प्यो के पैसे कर्जा चढ़ा देंदे ने लाखां रुपए का, जदों मैचिज उत्ते सट्टा लगाते हैं। इस बॉल पर क्या होगा, अब सचिन चौका मारेगा कि नहीं, अब आज इंडिया जीतेगा कि नहीं, आज पाकिस्तान जीतेगा कि नहीं, आज फलानी टीम गोल करेगी कि नहीं करेगी ना, आज फुटबॉल में कौन जीतेगा। ये सारे सट्टे जिहड़े लगाते हैं ना, हार जीत की बीमारी पैंदी है तां। पर जिन्हों जुग जुग मन वसावना समझ आ गया, एक एक ख्याल के अंदर वो वास्ते हार जित नहीं रहिंदी, सुख दुख नहीं रहिंदी, सारा सोग नहीं सदा हरखी है रे, छोड़ नहीं किछ लेते, को नानक जन हर 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 है, कत आवे कत रमते। वो एज उच्चा थले नीवा उच्चा आगे पाछे इत्थे उत्थे बराबर हो जाता है, आवना जावना उसदा मुक जाता है, क्योंकि वो इस भटकना तो छुट जाता है। साडे अज दे टॉपिक की भटकना की है, हाउ टू स्पीक। स्पीकिंग टर्म्स विच मैनू समझना है कि जे मैनू ओवर कॉन्फिडेंस है तो मैं अपना स्पेस नहीं बनावांगा। सो स्पेस बनाना, आकाश। तुसी सब ने सुनिया सी 5 तत्तां तो बने हुए हैं। 5 तत्त किहड़े किहड़े ने? उच्चा उच्चा बोलो। अग, पानी, वायु, धरती, पंजवां आकाश। आकाश नूं की कहते हैं? स्पेस, राइट। खुला आकाश अनलिमिटेड होता है। इंज जो तक मैं अपने मन अंदर है स्पेस नहीं बनावांगा ना, मन नूं आकाश नहीं ना बनावांगा, तां तक मैं इहदे अंदर चंगे गुणा दी मिठी बोली दे अखर नहीं भरांगा। इनू स्पेस देना पेगा। इफ वैन देयर इज़ नो स्पेस तो वहाँ कुछ नहीं ना जा सकता। जे एक कमरे के अंदर 100 बंदे वड़ के खड़े हो सकते हैं, वैन देयर इज़ नो स्पेस कोई होर नहीं जा सकता। एक गिलास के अंदर 1 लीटर पानी पै सकता है, देयर इज़ नो स्पेस, है ना। पर जे स्पेस होए तो होर पा सकते हैं ना। जे मैं अपने मन को इस तरह आकाश बनाना, अनलिमिटेड मैं मिठी बोली सीखना चाहता हाँ, फिर साड़ी खेप बन जाएगी। बच्चे किस तरह कैरी करते हैं। मेरी गल चल रही सी एक माँ दे नाल, वो मैनूं कहती है मैं अपने बच्चे नूं मारदी नहीं हाँ, मैं बच्चे नाल कौड़े बोलना ही बोलती हाँ, पर मेरे बच्चे ने नाली दे अंदर पैर पाया, नाली दे अंदर किचड़ भी सी और दूजे घरां दी गंदगी भी आ रही सी। तुसीं सब नालियां देखियां होईयां। इस बच्चे ने नाली दे अंदर पैर पाया, माँ ने उसनूं थप्पड़ मारिया, बच्चा रुस गया। बच्चा जदों रुस गया, बच्चे नूं यह बोली समझ आ गई, ऐसे गंदी नाली में पाँव रखो तो थप्पड़ पड़ता है। हुण बच्चा वड्डा होके आदत लवेगा, पर इहदा मतलब किहनूं फिक्सअप करना चाहिए है? सबसे पहले मम्मी को फिक्सअप करना पड़ेगा कि मम्मी को ये बात समझ में आनी चाहिए कि जिसको तू गंदगी समझ के एकदम बच्चे को मारा है, ये सारी सृष्टि सब कुछ चारों पासे एक कोई चीज़ है। डोंट वरी। बड़े लोग की सिर्फ एयर कंडीशन डनलप उत्ते रहंदे ने, उन अपने बच्चे नूं भी संभाल के गंदगी तो उत्थे रखते हैं, जुराबां पवा के रखते हैं। उन्होंने बच्चों नूं जुकाम लगा रहता है, ठंड हमेशा लगी रहती है, उन्होंने टॉलरेंस बॉडी की पावर बिल्कुल नहीं बन पाती है, वो वायरस के नाल फाइट नहीं कर सकते हैं जितना वो इस तरह सफाई के अंदर रहते हैं। पर जेड़े बच्चे दा कंपैरिजन किया गया दुनिया भर के बच्चे जेड़े अफ्रीका के अंदर चारों पासे गंदगी नालियां बनिया हुई हैं, जानवर बैठे हुए हैं, उत्थे जिहड़ी माँ गंदगी दे विच बच्चा जमदी है, कोल उहदे डॉक्टर भी नहीं है, उहदा बच्चा सारी दुनिया विच स्ट्रोंगेस्ट हैल्थ वाला काउंट होंदा है। जे गल माँ नूं कुदरत दा नियम समझ आ जाए,
ਮਾਂ ਬੱਚੇ ਨੂੰ ਇੱਕਦਮ ਥੱਪੜ ਨਹੀਂ ਮਾਰੇਗੀ, ਬੜੇ ਆਰਾਮ ਨਾਲ ਬੱਚੇ ਨੂੰ ਉਹਦੇ ਚੋਂ ਕੱਢ ਲੇਗੀ ਔਰ ਬੱਚੇ ਦਾ ਪੈਰ ਸਾਫ਼ ਕਰ देगी और प्यार ਨਾਲ समझाएगी, बेटा बार बार ऐसे वहाँ गंदी नाली में पैर रखने से तुम्हारे पाँव गंदे हो जाएंगे। पर एक गल माँ नूं बोलनी सीखनी पेगी। माँ ऐसे भैड़े बोल बोलती है, बच्चे नूं मारिया होया थप्पड़ बच्चा अगे कैरी करता है। माँ प्यो हमेशा तुसी गल नोट करना, फर्ज करो मैं अपनी पत्नी दे भैन भरा ਅਤੇ माँ प्यो मीनस मेरे इन लॉज और मेरे साला साली जे मैं उन्हां नाल नफरत करदा, उन्हां दे बारे भैड़े बोल बोलदा, मेरे बच्चे नूं छोटी उम्र ही पता लग जाएगा मेरे पापा अपने इन लॉज के साथ नफरत करते हैं, मेरे पापा मेरे मामा जी के साथ नफरत करते हैं। बच्चा उन्हां दे सामने सहम जाएगा। जो बोल असी भैड़े बोलते हैं उन्होंने शो नहीं करेगा, पर उत्थे रिस्ट्रिक्टेड रहेगा, क्लोज्ड रहेगा। बोल मैं बोले गंदी आदत मेरे बच्चे नूं पै गई कि उनको शो नहीं करना, पर मेरा बच्चा उन्होंने पसंद ही करता है तां भी उन्होंने सामने सहम के रहेगा मेरे सामने, क्योंकि मेरे पापा उनको पसंद नहीं करते हैं। कसूर किहदा होया? पापा दा। एं जी मम्मी जो अपने लॉज के बारे गल कर रही होती है बच्चा कैच कर लेंदा है, पर बच्चे का एक होर नुकसान हो जाता है, एक और मल्टीप्लिकेशन हो जाती है कि बच्चा दिखावे दा जिथे जिथे माँ प्यो नफरत करते हैं उत्थे शो करता है, हाँ जैसे आप इनके साथ नहीं बोलते मैं भी इनके साथ बोलता नहीं हूँ, चुप चुप रहता है। लेकिन जे ये बच्चे नूं किसी जगह प्यार करना पवे तो यह उत्थे फिर प्यार भी नहीं कर पाता, क्योंकि होर अवगुण वधदे ने। इस सारे दे पिछे इस बच्चे नूं एक बोल समझ आ जाता है, इनफैचुएशन। एक बोल और समझ आ जाता है, कहीं किसी लड़की या लड़के से प्यार करो तब बॉयफ्रेंड गर्लफ्रेंड का गंदगी पैदा होती है। क्यों? क्योंकि चारों पासे हिपोक्रेसी हो गई है। कभी तो मेरे मम्मी पापा ऐसे उनके बारे में बोलते हैं, अब सामने ऐसे मीठा मीठा बोल रहे हैं, पर बच्चा उसकी अपने आप को क्लोज कर लेंदा है। ये मैं उस एंगल ते टच किया जिहड़ा साडे घरां विच वापर रहा सी, जितने मर्जी धर्मी आ तां भी, लेकिन इस हिपोक्रेसी नूं असी समझना है कि नफरत और ये निंदा मैं अपने बच्चे विच इनकलकेट नहीं करनी, इस करके मेरी जुबान मैनू ठीक करनी पेगी, हाउ टू स्पीक मैनू समझना पेगा। जदों मैं अपने आप नाल स्पीकिंग टर्म्स ठीक नहीं करता ना तो मेरे नाल आते चारों पासे डिसहारमनी हो जाती है, मेरी वननेस रब नाल नहीं रहेगी, मेरा ईवल्स तो छुटकारा नहीं होएगा, मैं अपने स्पेस नहीं बना सकांगा, चंगे गुण फील नहीं कर सकांगा, मैनू बोलन की आदत भैड़ी होती जाएगी और मैं अपने भैड़े बोलों तो फ्रीडम नहीं ले सकांगा। आज का बच्चा कहता मम्मी पापा से इसलिए हम दूर होना चाहते हैं, मेरे को फ्रीडम चाहिए, पर फ्रीडम है अपने भैड़े बोलों तो, अपने ईवल्स तो। जदों असी भैड़े बोल बोलते हैं तो निशानी है मैं डरा हुआ हूँ। हाँ हुण अपने आप को सिक्योर करना है तो मिठे बोल बोलो, मिठे बोल बोलने हैं, मोस्ट सिक्योर्ड अवस्था। चारों पासे अनसर्टेनिटी है बट आई एम सिक्योर्ड कि मैनू गुरु मिठा बोल सिखा रहा है, कह रहा नानक फिक्के बोले तन मन फिक्का होए, पर फिक्का मैं नहीं बोलना। ये आदत सीखते जाओगे ना तुसी रिक्शे वाले नाल, टांगे वाले नाल, स्कूटर वाले नाल, बस वाले नाल तो लैके घर वाले बुजुर्गों तक सारे नाल ढंग नाल मिठा बोलिया करोगे, तो किसी पासे इनसिक्योरिटी नहीं रहेगी, पर मिठा बोलन वेले निंदा छुट जाती है। ਇਹਦਾ मतलब मिठा बोलने नाल निंदा भी नहीं करनी पैंदी, भावें कोई बंदा प्रेजेंट है भावें एबसेंट है। हमेशा एक दूजे को पैट करके चलांगे, वाह वाह करके चलांगे, मिठा बोल इनू कहते हैं। मैनू चिट आई है कि साढ़े कोल अद्धा घंटा बचे 30 मिनट्स है, तुसीं सवाल जवाब कर सकते हो। मानयोग संगत और मानयोग जी वाहिगुरू का खालसा वाहिगुरू जी की फतेह। मैं धर्मिंदर सिंह जी चंडीगढ़ तो आया। मिठा और फिक्का बोलने वाले जी गल चल रही थी। कई बार ਅਸੀਂ ਇਹ ਦੇਖਿਆ ਕਿ ਜ਼ਿਆਦਾ ਮਿੱਠਾ ਬੋਲਣ ਨਾਲ ਤੁਹਾਨੂੰ ਲੋਕੀ ब्रांडेड लेना शुरू कर देते हैं। मैं अपने ग्रुप में कई ऐसे लोगों को जानता कि वो बहुत मिठा बोलते हैं, हर गल से बहुत मिठा बोलते हैं। उन्होंने जो कोई कोड़ा बोलना भी चाहे तो भी वो कोड़ा नहीं जानते, पर वो बावजूद अपनी प्रैक्टिकल लाइफ फेल ने। फिर हर बारी जो सुनने वाला बंदा है उन्होंने कई बार यह बोलता है कि यार प्रैक्टिकली इनू ना
मतलब क्लीयर कट होना चाहिए, जो गल है उस हल्फ नहीं चाहिए। मिठा बोलन के चक्कर वो बल्कि अपनी लाइफ में फेल। मैं ਇਹੋ ਜਿਹੇ 5 7 10 उदाहरण जानना। उस तो ज़्यादा लोग सोचते हैं कि अज की तरीके प्रैक्टिकल बंदा होए, स्ट्रेट फॉरवर्ड बोले, मूँह ते बोलो की बोलना चाहते हो। मूँह ते पै वो बोलना नहीं पैवो नहीं, पैवो की गल नहीं सर, सॉरी मैं गल कर रहा कि जिस तरह क्या कि वाह वाह ही करनी है, जिसे वाह वाह करनी है। जे वो कोई किसी कोई गलत भी बोल रहा है तो भी उन्होंने यह नहीं कहना कि तुम गलत बोल रहे हो, तो भी तुम उन्होंने कहना कि ठीक है तुहाडी गल भी ठीक है पर मेरी गल इस तरह सुन लो। कई बार उन्हों का फिर हंकार इन्ना को उच्चा चला जाएगा, जे गलत बंदे नूं भी असीं चंगी तरह गलत नहीं कह सकांगे, ਉਹਦੇ हंकार में पट्ठे पाई जा रहे हैं ना असीं। ਤੁਹਾਡਾ क्वेश्चन कंप्लीट हो गया? हाँ जी। अपना नाम बोलो। मैं ਧਰਮਿੰਦਰ ਸਿੰਘ ਹਾਂ जी, चंडीगढ़ तो। ਧਰਮਿੰਦਰ जी ਮਾਈਕ ਇਹਨਾਂ ਕੋਲ ਹੀ ਰਹੇਗਾ। ਹੁਣ ਜਦੋਂ ਤੁਸੀਂ ਬੋਲਣਾ ਹੋਏਗਾ ਮੈਂ ਤੁਹਾਨੂੰ ਕਹਾਂਗਾ ਤੁਸੀਂ ਬੋਲੋ, ਹੈ ਨਾ। ਸਾਧ ਸੰਗਤ ਜੀ ਇਹਨਾਂ ਨੇ ਦੱਸਿਆ ਹੈ ਕਈ ਲੋਕੀ ਮਿੱਠਾ ਬੋਲਦੇ ਨੇ ਪਰ ਉਹ ਪ੍ਰੈਕਟੀਕਲ ਲਾਈਫ ਵਿੱਚ ਫੇਲ ਹੁੰਦੇ ਨੇ। ਉਹਨੂੰ ਮੋਮੋ ਠੱਗਣੀ ਕਹਿੰਦੇ ਨੇ, ਮੋਮੋ ਠੱਗਣੀ ਕਹਿੰਦੇ ਨੇ। ਉਹ ਮਿੱਠਾ ਬੋਲਣਾ ਨਹੀਂ ਹੈ। जो इंसान मिठा बोलता है, जिसके मन ने फिक्के बोले वाली बोली छोड़ देती है, वो मनुख प्रैक्टिकल लाइफ में फेल नहीं होएगा। वो मनुख प्रैक्टिकल लाइफ में फेल नहीं होएगा। लेकिन उन्होंने हंकार ऊपर चला जाता है। ये चैक करने की साढ़े कोल कोई कसौटी नहीं है। वी डोंट हैव टू जज अदर्स कि उन्होंने हंकार ऊपर चला गया। लेकिन जिहड़ा बंदा गलत बोल रहा है उस बंदे नूं सीधा कहण तो बाद भी वो फिक्सअप नहीं हो सकता। गाल असी कड्ढनी नहीं है ना। फिर की तरीका है उन्होंने कहा नहीं 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 तू झूठ बोल रहा है, गलत बोल रहा है, ये नाल कुछ नहीं होएगा, वो फिक्सअप नहीं होएगा। पर साध संगत जी कोई मैनूं पूछे फिर फिक्सअप किवें होएगा, बट वाई वे हैव टू फिक्सअप अदर्स। असी क्यों दूजे नूं रियलाइज़ कराना है कि तू गलत बोल रहा है, तू पैड़े बोल रहे हैं। असी दूजे नूं फिक्सअप क्यों कर रहे हैं? मैं फिक्सअप होना आया वहाँ, दरअसल तो गल चल रही है। आई एम नॉट फिक्सिंग अप माई सेल्फ सब्जेक्ट टू अदर्स। बस सर साडे जिहड़े बोल ने वो साडे अंदर जो एक्सरसाइज हो रही है, जो कुछ हो रही है उन्होंने ही रिप्रेजेंट करते हैं ना। हाँ जी, उन्होंने ही रिप्रेजेंट करते हैं। जे मेरे अंदर किसी के प्रति कुतूहल चल रही है कि वो गलत बोल रहा है, वो नहीं मेरे नाल ठीक कर रहा, वो मेरे नाल धक्का कर रहा है, वो इस वेले भी 4 बंदियां बोल के मेरे नाल वधीकी कर रहा है, उसके बावजूद मैं सिर्फ अपने वो अंदर दी चीज़ों को मैं सही तरह रिप्रेजेंट नहीं कर पावांगा ना। जे मैं सिर्फ अपने बानी ते यही रखी जाऊँ कि मैं बिल्कुल एक लिमिट तो अगे नहीं जा सकता। ਉਹਦੇ ਨਾਲ लिमिट की है मतलब वो कि मैं ਉਹਨੂੰ प्लीज ही करी जाना, ਉਹਨੂੰ प्लीज ही करी। मैं नहीं प्लीज कर रहा, मैं तो अपने आप को प्लीज कर रहा। ਅਸੀਂ ਤੇ ਅਸੀਂ ਕਰੇ ਆ ਵੀ मैं मिठा बोलना। मतलब फिर कई बार ऐसा होगा कि मैं अपने अंदर जो मेरे अंदर चल रहा है मैं ਉਹਨੂੰ प्रॉपरली रिप्रेजेंट नहीं कर पाऊंगा ना। फिर मेरे अंदर ਤਾਂ ਚੱਲੇਗਾ जे मेरे अंदर पहला दूध अंदर कांजी घोली गई है, तो मेरे अंदर ਤਾਂ ਚੱਲੇਗਾ ਜਦੋਂ ਮੇਰੇ दूध अंदर नींबू छिड़क दिता गया है, तो वो फिट जाएगा। कई बार मेरे नाल ज्यादती हुई है, ਤਾਂ ਵੀ ਤੇ ज्यादती ਅਸੀਂ ਆਪਣੇ ਵੱਲੋਂ ਜਸਟੀਫਾਈ ਕਰਦੇ ਹਾਂ, ਤਾਂ ਹੀ ਅਸੀਂ ਲਿਮਿਟ ਆਪਣੀ ਛੋੜਦੇ ਹਾਂ। ਅਸੀਂ ਪ੍ਰੈਕਟੀਕਲੀ ਲਾਈਫ ਵਿੱਚ ਅਸੀਂ ਜਿਸ ਜੀਵਨ ਵਿੱਚ ਵਿਚਰ ਰਹੇ ਹਾਂ 100 200 500 700 1000 10000 ਬੰਦੇ ਨਾਲ ਰੋਜ਼ ਮਿਲਦੇ ਹਾਂ और ਉਹਨੂੰ ਹਰ ਵੇਲੇ ਅਸੀਂ ਉਹ ਸਾਨੂੰ ਗਰੰਟਡ ਲੈ ਲੈਂਦਾ ਕਿ ਮੈਂ ਕੁਝ ਵੀ ਇਹਦੇ ਨਾਲ ਵਿਵਹਾਰ ਕਰਾਂ ਇਹਨੇ ਮਿੱਠਾ ਹੀ ਟ੍ਰੀਟ ਕਰਨਾ ਹੈ ਮੇਰੇ ਨਾਲ, ਇਹ ਕਦੀ ਵੀ ਮੇਰੇ ਤੋਂ ਐਡਵਰਸ ਜਾ ਕੇ ਨਹੀਂ ਬੋਲੇਗਾ। MBA ਵਿੱਚ ਸਟੂਡੈਂਟਸ ਨੂੰ ਅੱਜ ਦੀ ਤਰੀਕੇ 'ਚ ਵੀ ਪ੍ਰੈਕਟੀਕਲ ਹੋਣਾ ਸਿਖਾਇਆ ਜਾਂਦਾ ਹੈ। MBA 'ਚ ਸਾਫ਼ ਕਲੀਅਰ ਦੱਸਿਆ ਜਾਂਦਾ ਹੈ ਕਿ ਜਿੱਥੇ ਕੋਈ ਗਲਤ ਹੈ ਉਹਦੀ ਗਲਤੀ ਦਾ ਉਹਨੂੰ ਅਹਿਸਾਸ ਕਰਾਓ, ਪ੍ਰੋਪਰਲੀ ਕਰਾਓ। ਮੈਂ ਯੂਰਪ ਵਿੱਚ ਗਿਆ ਜੀ, ਯੂਰਪ ਵਿੱਚ ਕਈ ਜਗ੍ਹਾ ਤੇ ਉਹਨਾਂ ਦਾ ਇਤਨਾ ਅੱਛਾ ਹੈ, ਇਹ ਫੇਸ ਤੇ ਤੁਹਾਨੂੰ ਇਸ ਤਰ੍ਹਾਂ ਗ੍ਰੀਟ ਕਰਨਗੇ, ਬੜੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਵਿਸ਼ ਕਰਕੇ ਚਲੇ ਜਾਣਗੇ। ਤੁਹਾਡੇ ਪਲਟਦੇ ਹੀ तो फेस पलटਦੇ ਹੀ ਉਹਨਾਂ ਦਾ ਵਿਵਹਾਰ ਹੀ ਚੇਂਜ ਹੋ ਜਾਂਦਾ। ਕੀ ਅਸੀਂ ਉਹਨਾਂ ਬੰਦਿਆਂ ਨੂੰ ਠੀਕ ਕਹਾਂਗੇ? ਨਹੀਂ, ਉਹ ਇਹੀ MBA ਪੜ੍ਹੇ ਹੋਏ ਨੇ। ਹਾਂਜੀ, ਉਹ ਇਹੀ MBA ਪੜ੍ਹ ਕੇ ਆਏ ਹੋਏ। ਦੇ ਵਾਂਟ ਟੂ ਰਨ ਦਾ ਇਕਨੋਮਿਕਸ ਬਿਜ਼ਨਸ ਪ੍ਰੋਜੈਕਟ ਪੂਰਾ ਹੋਣਾ ਚਾਹੀਦਾ ਹੈ, ਫੇਸ ਤੇ ਅੱਛੇ ਹੋ ਜਾਓ। ਇਹ ਤੇ ਮੋਮੋ ਠੱਗਣੀ ਹੈ। ਮਿੱਠਾ ਬੋਲਣ ਨੂੰ ਆਪਣੀ ਪ੍ਰੈਕਟੀਕਲ ਲਾਈਫ ਨਾਲ ਰਿਲੇਟ ਵੀ ਤੇ ਕਰਨਾ ਪਏਗਾ ਨਾ ਸਰ। ਆਪਣੀ ਪ੍ਰੈਕਟੀਕਲ ਲਾਈਫ ਅੰਦਰ ਅਸੀਂ ਜਦੋਂ ਰਿਲੇਟ ਕਰਾਂਗੇ, ਲੈਟ them ਟੇਕ ਇਟ ਗ੍ਰਾਂਟਿਡ कि यह मिठा ही बोलेगा। मैनू 4 गल्लां कड्डां भावें 10 गल्लां कड्डां जो मर्जी बोला, यह मिठा ही बोलेगा। संत ना छाड़े संत ही जे कोटक मिले असंत। सानू यह सीखना है, मैं पैड़े बोलने सीखने।
ਮੈਂ ਤੇ ਹੋ ਸਕਦਾ ਕਿਤੇ ਮੈਂ ਗਲਤ ਹੈਗਾ ਨਹੀਂ ਪਰ ਵੀਰ ਜੀ ਜਦੋਂ ਜਿਸ ਤਰ੍ਹਾਂ ਉਹ ਭੈਣ ਜੀ ਬੋਲੇ ਨੇ ਕਿ ਦੂਜਾ ਸਾਨੂੰ ਗ੍ਰਾਂਟਡ ਸਮਝੇਗਾ, ਹਾਂਜੀ, ਬਿਲਕੁਲ ਠੀਕ ਗੱਲ ਹੈ। ਤਾਂ ਮੈਂ ਗ੍ਰਾਂਟਡ ਉਹਨੂੰ ਨਾ ਸਮਝਣ ਦਿਆਂ, ਮੈਂ ਅਚੀਵ ਕੀ ਕਰਨਾ ਹੈ? ਐਵਰੈਸਟ ਦੀ ਚੋਟੀ ਤੇ ਪੈਰ ਰੱਖਣਾ ਹੈ, ਜਾਂ ਮੈਂ ਮਿਸਟਰ ਸੁਪਰਮੈਨ ਜਾਂ ਮਿਸਿਸ ਸੁਪਰਮੈਨ ਬਣਨਾ ਹੈ? ਮੈਨੂੰ ਕੀ ਅਚੀਵ ਕਰਨਾ ਹੈ ਇਹ ਰਿਅਲਾਈਜ਼ ਕਰਾ ਕੇ ਕਿ ਵੀ ਮੈਂ ਤੈਨੂੰ ਟੇਕ ਇਟ ਗ੍ਰਾਂਟਡ ਨਹੀਂ ਕਰਨ ਦਿਆਂਗਾ, ਤੂੰ ਐਨ ਭੈੜੇ ਬੋਲ ਬੋਲਦਾ ਰਹੇਗਾ। ਉਹਨੇ ਬੋਲ ਲਏ, ਤੁਸੀਂ ਬੋਲ ਕੈਚ ਹੀ ਨਾ ਕਰੋ ਨਾ। ਡੋਂਟ ਪਲੇ ਦੋਜ਼ ਨੋ ਬਾਲਸ, ਲੈਟ them। ਕਿਸੇ ਇੱਕ ਉਹਦੀ ਨਹੀਂ ਗੱਲ ਮੈਂ ਜੀ ਪਰ ਕੋਈ ਪ੍ਰੋਪਰ ਐਗਜ਼ਾਮਪਲ ਜਿਸ ਤਰ੍ਹਾਂ ਤੁਸੀਂ ਯੂਰਪ ਦਾ ਬਣਾਇਆ, ਯੂਰਪ ਵਾਲੇ ਐਨ ਸਾਹਮਣੇ ਕਰਦੇ ਆ, ਇੱਕ ਐਗਜ਼ਾਮਪਲ ਪ੍ਰੋਪਰ ਬਣ ਗਿਆ ਨਾ, ਐਂਡ ਪ੍ਰੋਪਰ ਸੁਣਾਓ, ਜਨਰਲ ਨਹੀਂ। ਹਾਂਜੀ ਹਾਂਜੀ, ਜਿਹੜਾ ਕੁਤੂਹਲ ਅੰਦਰ ਚੱਲ ਰਿਹਾ, ਉਹ ਕੁਤੂਹਲ ਹੀ ਤੇ ਸਿੱਖਿਆ ਤੁਮੀ ਤੁਮਾ ਵਿਸ। ਤੁਹਾਡੇ ਅੰਦਰ ਵੀਰ ਜੀ ਉਹ ਕੁਤੂਹਲ ਹੀ ਤੁਮੀ ਤੁਮਾ ਵਿਸ ਹੈ। ਮੇਰੇ ਅੰਦਰ ਜ਼ਹਿਰ ਚੱਲ ਰਿਹਾ है कि बचपन तो दसिया गया है कि दूसरा जरा सा कुछ बोले उसको चार सुनाओ। अभी मैंने इसको चार सुना ही नहीं, मैं थोड़ा सा मिठा बोला, लिविंग ट्रेजर क्या सुन के आ गया, नानक पिक्के बोले वाला शब्द क्या सुन के आ गया, मिठ बोलड़ा जी क्या सुन के आ गया, ये तो सिर पे ही चढ़ा जा रहा है। अंदर जहर उन्हें है, अंदर तो जहर साफ ही नहीं होया, उन्हें जहर दे बांदर इंज खड़े होके सामने आ गए, पॉपअप होके आ गए। ए वाला वायरस ते समझ रहे तुमी तुमा बिस। साध संगत जी ਤੁਹਾਡੇ ਚੋਂ ਕਈਆਂ ਨੂੰ ਇਹ ਲੱਗ ਰਿਹਾ ਹੋਏਗਾ ਕਿ ਸਕੂਲ ਦੇ ਬੱਚੇ ਨੇ 10ਵੀਂ 11ਵੀਂ 12ਵੀਂ ਦੇ, ਇਹਨਾਂ ਦੇ ਬੱਚਿਆਂ ਵਾਸਤੇ ਹੀ ਇਹ ਸ਼ਬਦ ਮੈਂ ਤਿਆਰ ਕੀਤਾ। ਮਿੰਦਰਪਾਲ ਸਿੰਘ ਜੀ ਮੈਨੂੰ ਕਹਿ ਰਹੇ ਸੀ ਵੀਰ ਜੀ ਸ਼ਬਦ ਦੱਸੋ, ਮੈਂ ਉਹਨਾਂ ਨੂੰ 45 ਸ਼ਬਦ ਦੱਸੇ। 45 ਚੋਂ ਇਹਨਾਂ ਨੇ ਕਿਹਾ ਹਾਂ ਵੀਰ ਜੀ ਇਹ ਸ਼ਬਦ ਠੀਕ ਹੈ, ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਫਿਕਸਅਪ ਕੀਤਾ ਜਾਏਗਾ। ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਫਿਕਸਅਪ ਨਹੀਂ ਕਰ ਸਕਦੇ, ਮੈਸੇਜ ਉਹਨਾਂ ਦੇ ਨਾਲ ਸਾਂਝ ਕੀਤੀ ਜਾਏਗੀ। ਜਿਹਨੂੰ ਕਲਿੱਕ ਹੋ ਜਾਏਗਾ ਉਹ ਪਹਿਲਾਂ ਅੰਦਰੋਂ ਆਪਣਾ ਜ਼ਹਿਰ ਕੱਢੇਗਾ, ਫਿਰ ਉਹਦੇ ਅੰਦਰ ਕੁਤੂਹਲ ਨਹੀਂ ਚੱਲਿਆ ਕਰੇਗਾ। कितनी सारिया काउंसलिंग्स असी करते हाँ, नूह कहती है मेरी सस भैड़े बोल बोलती है, इस करके मैं उस घर जाना ही नहीं, वो पेके आके बैठ जाती है। असी काउंसलिंग करते हैं, वो मिठे बोल की गल उन्होंने समझाते हैं, वो साझ करते हैं, और वो फिक्का बोलन की आदत पूरी तरह छड्ड के सस के नाल टिट फॉर टैट या पति के नाल छड्ड के जो उत्थे जाके रहिंदी है, आस्ता आस्ता उत्थे दी काया कलप हो जाती है। काया उत्थे दी कलप होए ना होए यह सिख जाती है। क्यों? इसनू रब जी की दरगाह, रब जी का दरगाह पैलेस पैराडाइज प्राप्त हो गया, गुर ते महल प्राप्त है। जे सच्चा शब्द कथ उन्होंने समझ आ जाती है, वो नहीं बोलता। असी दुनियावी एग्जाम्पल ले रहे हैं जो लोग बाजार के अंदर करते हैं, वही तो फिर असी घर आके करते हैं। ਕਿ ਅਸੀਂ ਇਹ 100% ਸ਼ੋਰ ਕਰ ਸਕਦੇ ਹਾਂ ਉਸ ਨੂੰ ਕਿ ਤੇਰੇ ਘਰ ਵਿੱਚ ਜਿਹੜਾ ਤੇਰੀ ਸੱਸ ਦੇ ਨਾਲ ਕਲੇਸ਼ ਹੈਗਾ, ਤੂੰ ਅੱਜ ਤੋਂ ਲੈ ਕੇ ਸਿਰਫ ਮਿੱਠਾ ਬੋਲਣਾ ਸ਼ੁਰੂ ਕਰ ਦੇ। ਤੇਰੇ ਮਿੱਠਾ ਬੋਲਣ ਨਾਲ ਇੱਕ ਦਿਨ, ਇੱਕ ਮਹੀਨਾ, 2 ਮਹੀਨਾ, 4 ਮਹੀਨਾ, 4 ਸਾਲ, 6 ਸਾਲ, 10 ਸਾਲ, ਕੋਈ ਦਿਨ ਐਸਾ ਆਏਗਾ ਕਿ ਤੇਰੇ ਘਰ ਦੀ ਸਾਰੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਸਿਰਫ ਮਿੱਠਾ ਬੋਲਣਾ ਸ਼ੁਰੂ ਕਰ ਦੇ। ਕਿ ਵੀਰ ਜੀ ਤੁਸੀਂ ਜਿਸ ਨੂੰ ਦੀ ਗੱਲ ਕਰ ਰਹੇ ਹੋ ਨਾ, उस नूह ਨੂੰ ਇੱਥੇ ਕੁਐਸਚਨ ਕਰਨਾ ਪਏਗਾ। ਨਹੀਂ ਮੈਂ ਉਸ ਨੂੰ ਦੀ ਗੱਲ ਕਰ ਰਿਹਾ। ਨਹੀਂ ਉਹ ਨੂਹ ਨਹੀਂ ਹੈ ਇੱਥੇ, ਉਹ ਨੂਹ ਨਹੀਂ ਹੈ ਇੱਥੇ। ਤੁਸੀਂ ਕੁਐਸਚਨ ਐਸਿਊਮ ਕਰ ਰਹੇ ਹੋ। ਯੂ ਆਰ ਨਾਟ ਦੈਟ ਇਨ ਓਵਨ, ਜਿਸ ਓਵਨ ਵਿੱਚ ਉਸ ਨੂੰ ਸੇਕ ਸਹਾਰਨਾ ਪੈਂਦਾ ਹੈ। ਅਸੀਂ ਚਾਰੋਂ ਪਾਸੇ ਉਸ ਓਵਨ ਦੇ ਅੰਦਰ ਉਹ ਰਹਿਣ ਵਾਲੀ ਨੂਹ ਨੂੰ ਫਾਇਰ ਪ੍ਰੂਫ ਜੈਕਟ ਆਪਣੇ ਆਪ ਨੂੰ ਬਚਾਉਣ ਦੀ ਅਸੀਂ ਉਹਦੇ ਨਾਲ ਡਿਸਕਸ ਕਰਦੇ ਹਾਂ। ਪਰ ਕੋਈ ਕੈਸਾ ਬੋਲਦਾ ਹੈ, ਇਹ ਗੱਲ ਚੱਲ ਨਹੀਂ ਰਹੀ ਟੌਪਿਕ ਵਿੱਚ, ਕਿਉਂਕਿ ਦੁਨੀਆ ਦਿਨੋਂ ਦਿਨ ਭੈੜੇ ਬੋਲ ਹੀ ਸਿੱਖਦੀ ਜਾ ਰਹੀ ਹੈ, ਤਾਂ ਅਸੀਂ ਦਿਨੋਂ ਦਿਨ ਭੈੜੇ ਹੁੰਦੇ ਜਾਵਾਂਗੇ। ਲੋਕੀ ਕਹਿੰਦੇ ਨੇ ਅੱਛਾ ਕੋਈ ਲਿਮਿਟ ਤੇ ਹੁੰਦੀ ਹੈ। ਕਿਸੇ ਨੂੰ ਪੁੱਛਿਆ ਲਿਮਿਟ ਕਿੰਨੀ ਹੈ, ਕਹਿੰਦਾ 1 ਹੋਇਆ, 2 ਹੋਇਆ, 10 ਵਾਰੀ ਹੋਇਆ, 15 ਵਾਰੀ ਹੋਇਆ। ਅੱਛਾ 15 ਵਾਰੀ ਤੋਂ ਬਾਅਦ ਅਸੀਂ ਲਿਮਿਟ ਤੋੜ ਲੈਂਦੇ ਹਾਂ। ਅਗਲਾ ਸੀਜ਼ਨ ਆ ਰਿਹਾ ਹੈ, ਲੋਕੀ 14 ਤੋਂ ਬਾਅਦ ਲਿਮਿਟ ਤੋੜ ਲਿਆ ਕਰਨਗੇ, ਫਿਰ ਆਸਤਾ ਆਸਤਾ 12 ਤੇ, ਫਿਰ ਆਸਤਾ ਆਸਤਾ 9 ਤੇ, ਫਿਰ ਆਸਤਾ ਆਸਤਾ ਪਹਿਲੀ ਗੱਲ ਤੇ ਲਿਮਿਟ ਤੋੜ ਲਿਆ ਕਰਨਗੇ। ਫਿਰ ਲੋਕੀ ਲਿਮਿਟ ਰੱਖਣਗੇ ਹੀ ਨਹੀਂ, ਲੋਕੀ ਕਹਿਣਗੇ ਤੇਰੇ ਬੋਲਣੇ ਸੇ ਪਹਿਲੇ ਹੀ ਮੈਂ ਕਰ ਦੂੰਗਾ, ਹੈ ਨਾ। ਅੱਜ ਨੂੰਹ ਦੇ ਘਰ ਆਉਣ ਤੋਂ ਪਹਿਲਾਂ ਹੀ ਪੁੱਤਰ ਨੂੰ ਸਿਖਾ ਦਿੱਤਾ ਜਾਂਦਾ ਹੈ, ਉਹਦੇ ਨਾਲ ਪਿਆਰ ਨਾਲ ਨਾ ਬੋਲੀ, ਮਿੱਠਾ ਨਾ ਬੋਲੀ, ਸਿਰ ਤੇ ਚੜ ਜਾਏਗੀ। ਲਿਮਿਟ ਤੇ ਖਤਮ ਸ਼ੁਰੂ ਹੀ ਨਹੀਂ ਹੋਈ, ਖਤਮ ਕਦੋਂ ਹੋਣੀ ਹੈ? 15 ਤੋਂ 0 ਆ ਗਈ ਨਾ ਵੀਰ ਜੀ। ਇਹ ਲਿਮਿਟ ਦੀਆਂ ਗੱਲਾਂ ਨਹੀਂ ਨੇ। ਅਸੀਂ ਅਮੁੱਲ ਗੁਣ ਅਮੁੱਲ ਵਪਾਰ ਕਰਦੇ ਹਾਂ। ਅਮੁੱਲ ਗੁਣ ਅਮੁੱਲ ਵਪਾਰ ਅਨਲਿਮਿਟਿਡ ਹੁੰਦੇ ਨੇ, ਬੇਅੰਤ ਹੁੰਦੇ ਨੇ, ਇਨਫਿਨਿਟ ਹੁੰਦੇ ਨੇ। ਇਸ ਕਾਰਨ ਅਸੀਂ ਇਨਫਿਨਿਟ ਰੱਬ ਜੀ ਦੇ ਨਾਲ ਕਿਵੇਂ ਜੀਵੀਦਾ, ਅਸੀਂ ਉਹਨੂੰ ਫੋਲੋ ਕਰਨਾ ਹੈ ਕਿ ਅਸੀਂ ਦੁਨੀਆ ਫੋਲੋ ਕਰਨੀ ਹੈ। ਮਿਹਰਬਾਨੀ ਵੀਰ ਜੀ। ਸਾਡੀ ਸੁਸਾਇਟੀ ਵਿੱਚ ਸ਼ਰਾਬ ਦਾ ਬਹੁਤ ਭੈੜ ਚੱਲ ਪਿਆ। ਮੈਂ ਆਪਣੇ ਮਨ ਨਾਲ ਕਹਿੰਦਾ, ਮੇਰੇ ਪੇਰੈਂਟਸ
ਮੇਰੇ ਨਾਨਕੇ, ਮੇਰੇ ਬੱਚੇ, ਮੈਂ ਤੇ ਸਾਡੀ ਹੋਰ ਫੈਮਿਲੀ ਕੋਈ ਸ਼ਰਾਬ ਨਹੀਂ ਪੀਂਦੀ। ਵਾਹ ਜੀ ਵਾਹ 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 ਵਾਹ, ਗਿਨੀਸ ਰਿਕਾਰਡ ਹੀ ਨਾ ਹੋਣਾ ਚਾਹੀਦਾ ਇਹਨਾਂ ਦਾ। ਕਮਾਲ ਹੋ ਗਈ ਹੈ, ਚਾਰੋਂ ਪਾਸੇ ਸ਼ਰਾਬ ਦੀਆਂ ਨਦੀਆਂ ਵਗੀਆਂ ਹੋਈਆਂ। ਸੁਸਾਇਟੀ ਜਦੋਂ ਅਸੀਂ ਜਾਂਦੇ ਆ ਤੇ ਆਮ ਤੌਰ ਤੇ ਸਾਨੂੰ ਕੁਐਸਚਨ ਸਾਡੇ ਸੀਨੀਅਰ ਜੂਨੀਅਰ ਇਹ ਕਰਦੇ, ਤੁਹਾਡੀ ਕੀ ਸੁਸਾਇਟੀ ਹੈ? ਮੈਂ ਇੱਕ ਨੂੰ ਬੜਾ ਪੋਲਾਈਟਲੀ ਕਿਹਾ, ਮੈਂ ਕਿਹਾ ਯਾਰ IAS ਅਫਸਰ ਖਲੋਤੀ ਹੈ, ਸਾਡੇ ਅਫਸਰ ਵੀ ਹੈ, ਉਹ ਸ਼ਰਾਬ ਨਹੀਂ ਪੀਂਦੀ ਕਿ ਉਹਦੀ ਸੁਸਾਇਟੀ ਨਹੀਂ ਹੈਗੀ? ਵਾਹ, ਸਾਡੀ ਸੁਸਾਇਟੀ ਕੀ ਹੈ? ਕਹਿੰਦਾ, ਮੈਂ ਕਿਹਾ ਸਾਡੀ ਸੁਸਾਇਟੀ ਤਾਂ ਬਹੁਤ ਵਧੀਆ, ਤੁਹਾਡੇ ਨਾਲ ਤਾਂ ਬਹੁਤ ਚੰਗੀ, ਮੈਨੂੰ ਹੋਰ ਪਤਾ ਨਹੀਂ। ਕਹਿੰਦਾ ਨਹੀਂ ਯਾਰ, ਮਾੜੀ ਮੋਟੀ ਕਿਤੇ ਪੀਣ ਨਾਲ ਕੁਛ ਨਹੀਂ ਵਿਗੜਦਾ। ਮੈਂ ਕਿਹਾ ਅੱਜ ਦੀ ਘੁੱਟ ਤੇ ਕੱਲ ਦੀ ਬੋਤਲ। ਹੋ ਮੈਂ ਕਿਹਾ ਨਹੀਂ, ਸੌਰੀ। ਮੈਂ ਸਿਰਫ ਪੁੱਛਣਾ ਚਾਹੁੰਦਾ, ਸਾਨੂੰ ਇਹ ਸੁਸਾਇਟੀ 'ਚ ਫੰਕਸ਼ਨਾਂ 'ਚ ਸ਼ਰਾਬ ਬਹੁਤ ਚੱਲਦੀ ਹੈ, ਕੀ ਸਾਨੂੰ ਸੁਸਾਇਟੀ 'ਚ ਕੰਬਲ ਤੇ ਫੁੱਲੋਂ ਰਹਿਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਸੁਸਾਇਟੀ 'ਚ? ਸਾਧ ਸੰਗਤ ਜੀ, ਇਹਨੂੰ ਕਮਲ ਦਾ ਫੁੱਲ ਬਣਨਾ ਨਹੀਂ ਕਹਿੰਦੇ ਨੇ। ਕਮਲ ਦਾ ਫੁੱਲ ਤਾਂ ਮੇਰਾ ਮਨ ਬਣੇਗਾ ਜਿਹੜਾ ਇਸ ਸੁਸਾਇਟੀ ਵਿੱਚ ਵੀ ਰਹੇਗਾ, ਸੁਸਾਇਟੀ ਦੇ ਚਿੱਕੜ ਵਿੱਚ ਹੀ ਰਹੇਗਾ ਔਰ ਸ਼ਰਾਬ ਨਹੀਂ ਪੀਏਗਾ। ਰਾਈਟ। ਦੂਜੀ ਗੱਲ, ਜਿਹੜੇ ਪੀਂਦੇ ਨੇ ਉਹਨਾਂ ਦੇ ਨਾਲ ਪਿਆਰ ਬਣਾਵਾਂਗੇ, ਉਹਨਾਂ ਦੇ ਨਾਲ ਪਿਆਰ ਬਣਾ ਕੇ ਉਹਨਾਂ ਦੇ ਸਾਹਮਣੇ ਜਦੋਂ ਆਨੰਦ ਗੁਰ ਤੇ ਜਾਣਿਆ ਵਾਲਾ ਮਿੱਠੇ ਬੋਲ ਸਿੱਖਾਂਗੇ ਨਾ, ਔਰ ਸਭ ਨਾਲ ਪਿਆਰ ਕਰਨਾ ਸਿੱਖਾਂਗੇ, ਔਰ ਉਹਨਾਂ ਨੂੰ ਪਿਆਰ ਦਿਆਂਗੇ ਜਿਹੜਾ ਸ਼ੁਰੂ ਵਿੱਚ ਉਹਨਾਂ ਨੂੰ ਪਿਆਰ ਨਹੀਂ ਮਿਲਿਆ ਸੀ, ਜਿਹਦੇ ਕਾਰਨ ਉਹਨਾਂ ਨੇ ਸ਼ਰਾਬ ਸ਼ੁਰੂ ਕੀਤੀ ਸੀ। ਮਿਲਿਆ ਨਾ ਪਿਆਰ ਤਾਂ ਮੈਂ ਤੈਨੂੰ ਗੱਲ ਲਾ ਲਿਆ ਸ਼ਰਾਬ। ਜੋ ਦੁਨੀਆ ਦਾ ਇਨਸਾਨ ਸ਼ਰਾਬ ਪੀਂਦਾ, ਉਹਨੂੰ ਕਿਸੇ ਵੇਲੇ ਪਿਆਰ ਦਾ ਧੱਕਾ ਵੱਜਿਆ ਹੈ, ਉਹਨੂੰ ਠੀਕ ਪਿਆਰ ਨਹੀਂ ਮਿਲਿਆ, ਭਾਵੇਂ ਬਚਪਨ ਵਿੱਚ ਮਾਂ ਪਿਓ ਵੱਲੋਂ, ਭਾਵੇਂ ਸਕੂਲ ਟੀਚਰ ਵੱਲੋਂ, ਜਾਂ ਕਿਸੇ ਵੀ ਜਗ੍ਹਾ। ਉਹ ਬੰਦਾ ਸ਼ਰਾਬ ਸ਼ੁਰੂ ਕਰਦਾ ਹੈ। ਜਿਹੜਾ ਬੰਦਾ ਸ਼ਰਾਬ ਸ਼ੁਰੂ ਕਰਦਾ ਹੈ, ਉਸ ਨੂੰ ਪਿਆਰ ਨਹੀਂ ਮਿਲਿਆ ਤੇ ਅਸੀਂ ਉਸ ਨੂੰ ਪਿਆਰ ਦੇਵਾਂਗੇ। ਇਹਦਾ ਮਤਲਬ ਮਨੂੰ ਸੁਸਾਇਟੀ ਤੋਂ ਪਰੇ ਹੋ ਕੇ ਨਹੀਂ ਰਹਿਣਾ, ਮਨੂੰ ਸੁਸਾਇਟੀ ਵਿੱਚ ਰਹਿਣਾ। ਜੈਸੇ ਜਲ ਮੈਂ ਕਮਲ ਨਿਰਾਲਾ ਮੁਰਗਾ ਹੀ ਨਿਸ਼ਾਨ ਹੈ, ਔਰ ਸ਼ਰਾਬ ਤੋਂ ਦੂਜੇ ਨੂੰ ਪਿਆਰ ਕਰ ਕਰਕੇ ਆਪਣਾ ਆਨੰਦ ਵਿਕਾਸ ਦਿਖਾਣਾ ਹੈ, ਤਾਂ ਕਿ ਉਹਦੀ ਸ਼ਰਾਬ ਛੁੱਟ ਜਾਏ। ਇਹ ਮੈਂ ਬਿਨਾਂ ਹਉਮੈ ਹੰਕਾਰ ਕੀਤਿਆਂ ਬੇਨਤੀ ਕਰ ਸਕਦਾ ਕਿ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਕਈ ਬੰਦੇ ਜਿਹੜੇ ਮੇਰੇ ਨਾਲ ਉੱਠੇ ਬੈਠੇ, ਜਿਨ੍ਹਾਂ ਨੇ ਪਿਆਰ ਕੀਤਾ, ਸਾਂਝ ਕੀਤੀ, ਉਹਨਾਂ 'ਚੋਂ ਕਈਆਂ ਦੀ ਸ਼ਰਾਬ ਛੁੱਟ ਗਈ। ਸਾਡੇ ਲਿਵਿੰਗ ਟ੍ਰੈਜਰੀ 'ਚ ਕਈ ਐਸੇ ਬੰਦੇ ਆਏ ਜਿਨ੍ਹਾਂ ਦੀ ਸ਼ਰਾਬ ਛੁੱਟ ਗਈ। ਵੀਰ ਜੀ, when I was a young person, ਜਦ ਮੈਂ ਕਾਲਜ ਵਿੱਚ ਪੜ੍ਹਦਾ ਸੀ, I used to be very cruel man. ਮੈਂ ਬਹੁਤ ਲੜਾਕਾ ਸੀ, ਮੇਰੇ ਕੋਲ ਬਹੁਤ ਲੋਕ ਡਰਦੇ ਸੀ। ਪ੍ਰਿੰਸੀਪਲ ਵੀ ਮੈਂ ਜਦ ਕਾਲਜ ਜਾਂਦਾ ਸੀ ਖੜੇ ਹੋ ਜਾਂਦੇ ਸਨ। ਮੇਰੀ ਮਾਤਾ ਨੇ ਮੈਨੂੰ ਗੁਰੂ ਦੇ ਲੜ ਲਗਾਇਆ। ਓਹ, ਉਹ ਮਾਂ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਬੀਬੀਆਂ ਨੂੰ ਇਸਤਰੀ ਸਤਸੰਗ ਸ਼ੁਰੂ ਕਰਾਇਆ, ਲੰਗਰ ਪਕਾਉਣ ਦੀ ਪ੍ਰਥਾ ਸਿਖਾਈ, ਉਸਨੇ ਮੈਨੂੰ ਲੜ ਇਸ ਗੁਰੂ ਦੇ ਲਗਾਇਆ। ਪਰ ਜ਼ਿੰਦਗੀ 'ਚ ਮੈਨੂੰ ਅੱਜ ਵੀ ਬੜਾ ਅਫਸੋਸ ਹੈ, 28 ਸਾਲ ਮੈਨੂੰ ਗੁਰੂ ਘਰ ਦੀ ਸੈਕਟਰੀਸ਼ਿਪ ਦੀ ਸੇਵਾ ਮੇਰੇ ਫਾਦਰ ਤੋਂ ਬਾਅਦ 1985 ਵਿੱਚ ਮਿਲੀ। ਬੀਇੰਗ ਏ ਸੈਕਟਰੀ, ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਅਗਰ ਕੋਈ ਬੇਨਤੀ ਕਰਦਾ ਹਾਂ ਕਿਸੇ ਨੂੰ ਗੁਰੂ ਘਰ ਲਈ ਆਉਣ ਲਈ, ਕਿਸੇ ਨੂੰ ਲੰਗਰ ਨਾ ਲਿਜਾਣ ਲਈ, ਕਿਸੇ ਨੂੰ, ਕਿਉਂਕਿ ਬਹੁਤ ਸਾਰੇ ਗੁਰੂ ਘਰ ਦੇ ਪੈਸੇ ਰਾਗੀਆਂ ਤੇ ਕਥਾਵਾਚਕਾਂ ਤੇ ਲਗਾਏ ਜਾਂਦੇ ਹਨ, ਕਿਉਂਕਿ ਮੈਂ ਕਈ ਵਾਰੀ ਰੋਂਦੇ ਹਿਰਦੇ ਨਾਲ ਸੰਗਤ ਨੂੰ ਬਹੁਤ ਕੁਝ ਕਹਿ ਜਾਂਦਾ ਹਾਂ। ਕਿਆ ਸਾਡਾ ਮਕਸਦ ਅੱਜ ਦੇ ਸੰਸਾਰ ਦੇ ਵਿੱਚ ਕੇਵਲ ਲੰਗਰ ਔਰ ਲੰਗਰ ਹੀ ਰਹਿ ਗਿਆ, ਜਾਂ ਅਸੀਂ ਕਿਸੇ ਵੀ ਅੱਛੇ ਵਿਚਾਰਕ, ਅੱਛੇ ਰਾਗੀ, ਅੱਛੇ ਕਥਾਵਾਚਕ ਨੂੰ ਸੁਣਨ ਸਾਡੀ ਬੇਨਤੀ ਨੂੰ ਪ੍ਰਵਾਨ ਨਹੀਂ ਕਰਦੇ। ਉਸ ਦੀ ਬਜਾਏ ਬਹੁਤ ਸਾਰੇ ਸੱਜਣ ਘਰ ਬੈਠੇ ਹੀ ਇਹ ਜਦੋਂ ਵਰਡ ਯੂਜ਼ ਕਰਦੇ ਹਨ ਕਿ ਇਹਦੇ ਪਿਓ ਲਈ ਆਉਣਾ, ਅਸੀਂ ਇਹਦੇ ਲਈ ਆਉਣਾ। ਗੁਰਦੁਆਰਾ ਸਾਹਿਬ ਇਹ ਕਹਿੰਦਾ ਵਾਲਾ ਹੁੰਦਾ ਕੌਣ ਹੈ, ਇਹਨੂੰ ਬੋਲਣਾ ਨਹੀਂ ਚਾਹੀਦਾ। ਕਿਆ ਬੇਨਤੀ ਕਰਨੀ ਕਿਸੇ ਕੰਮ ਦੀ ਵੀ ਬੀਇੰਗ ਏ ਸੈਕਟਰੀ,
ਕਿਉਂਕਿ ਮੇਰੀ ਗੁਰੂ ਨੇ ਡਿਊਟੀ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲਿਆਉਣ ਲਈ, ਨਾ ਕਿ ਬਣਾਉਣ ਲਈ ਇੱਟਾਂ ਪੱਥਰਾਂ ਦੇ ਗੁਰਦੁਆਰੇ ਨਹੀਂ। ਮੇਰੀ ਇੱਕੋ ਬੇਨਤੀ ਰਹਿੰਦੀ ਹੈ, ਸੰਗਤ ਕਿਸ ਤਰੀਕੇ ਨਾਲ ਕਿਤਨੀ ਆਵੇ, ਲੇਕਿਨ ਮੈਨੂੰ ਬਹੁਤ ਸਾਰੀਆਂ ਨਿਰਾਸ਼ਾ ਹੁੰਦੀ ਹੈ ਜਦੋਂ ਮੈਨੂੰ ਬਾਹਰ ਬਹੁਤ ਸਾਰੇ ਕਮੈਂਟਸ, ਔਰ ਅੱਜ ਮੇਰੇ ਨਾਲ ਬਹੁਤ ਸਾਰੇ ਪਰਿਵਾਰ ਕੇਵਲ ਔਰ ਕੇਵਲ ਇਸ ਲਈ ਨਾਰਾਜ਼ ਹਨ ਕਿ ਮੈਂ ਗੁਰਦੁਆਰਾ ਸਾਹਿਬ ਵਿੱਚ ਬੇਨਤੀ ਔਰ ਸੱਚ ਗੱਲ ਕਿਉਂ ਕਹਿੰਦਾ ਹਾਂ। ਤੁਸੀਂ ਕਿਹਾ ਕਿ ਮਿੱਠਾ ਬੋਲਣਾ ਔਰ ਸੱਚ ਕਹਿਣਾ, ਲੇਕਿਨ ਜਿਸ ਨੂੰ ਵੀ ਮੈਂ ਅੱਜ ਦੇ ਦੌਰ ਦੇ ਵਿੱਚ ਸੱਚ ਬੋਲਿਆ ਹੈ, ਜਿਹਨੂੰ ਵੀ ਅਸੀਂ ਸੱਚਾਈ ਦੱਸੀ ਹੈ, ਉਸ ਨਾਲ ਸਾਡੇ ਪਰਿਵਾਰਕ ਰਿਲੇਸ਼ਨ ਔਰ ਅੱਜ ਦੇ ਦੌਰ 'ਚ ਉਹ ਖਤਮ। ਮੈਨੂੰ ਤੁਸੀਂ ਸੁਝਾਅ ਦਿਓ ਕਿ ਵਿਲ ਆਈ ਕੰਟੀਨਿਊ ਐਜ਼ ਏ ਸੈਕਟਰੀ ਔਰ ਨੋਟ। ਵੀਰ ਜੀ, ਤੁਹਾਡਾ ਨਾਂ ਕੀ ਹੈ? ਭੁਪਿੰਦਰ ਸਿੰਘ ਜੀ, ਤੁਸੀਂ ਇੱਥੇ ਲੈਕਚਰ ਦੇਣ ਆਏ ਹੋ ਜਾਂ ਤੁਸੀਂ ਆਪਣੀ ਪੜਚੋਲ ਕਰਨ ਆਏ ਹੋ? ਮੈਂ ਆਪਣੇ ਆਪ ਨੂੰ ਪੁੱਛ ਰਿਹਾ। ਭੁਪਿੰਦਰ ਸਿੰਘ ਜੀ, ਤੁਹਾਨੂੰ ਰੱਬ ਨੇ ਸੈਕਟਰੀ ਬਣਨ ਦੀ ਡਿਊਟੀ ਲਾਈ ਹੈ ਕਿ ਧਰਮ ਨੂੰ ਆਪਣੇ ਉੱਤੇ ਜੀਣ ਦੀ ਡਿਊਟੀ ਲਾਈ ਹੈ? ਸਵਾਲ ਉੱਠੇਗਾ, ਜੇ ਸੈਕਟਰੀ ਦੀ ਸੇਵਾ ਮੈਨੂੰ ਦੇ ਦਿੱਤੀ ਗਈ ਹੈ ਤੇ ਮੈਂ ਕਰ ਰਿਹਾ, ਲੇਕਿਨ ਜਦੋਂ ਲੋਕੀ ਘਰ ਬੈਠੇ ਗੱਲਾਂ ਕਰਦੇ ਹਨ ਕਿ ਨਾ ਕਰਿਆ ਕਰਨ, ਲੋਕਾਂ ਦੀ ਤਾਂ ਜ਼ਬਾਨ ਨਹੀਂ ਪਕੜੀ ਜਾ ਸਕਦੀ। ਮੈਨੂੰ ਤੇ ਸੱਚ ਸਿੱਖਣਾ ਹੈ, ਸੱਚ ਪਹਿਨਣਾ, ਸੱਚ ਖਾਣਾ, ਸੱਚ ਭੋਜਨ ਕਰਨਾ ਹੈ। ਲੋਕੀ ਨਾ ਖਾਣ ਤਾਂ ਲੋਕੀ ਗੱਲਾਂ ਕਰਨਗੇ, ਲੋਕੀ ਵੱਟੇ ਮਾਰਨਗੇ, ਪਰ ਸਕਸੈਸਫੁਲ ਮੈਨ ਉਹਨੂੰ ਕਹਿੰਦੇ ਨੇ ਜਿਹਨੂੰ ਲੋਕੀ ਵੱਟੇ ਇੱਟਾਂ ਮਾਰਨ ਔਰ ਉਹ ਵੱਟੇ ਇੱਟਾਂ ਦੇ ਨਾਲ ਦੁਖੀ ਹੋਣ ਦੀ ਬਜਾਏ ਵੱਟੇ ਇੱਟਾਂ ਕੈਚ ਕਰਕੇ ਆਪਣੀ ਫਾਊਂਡੇਸ਼ਨ ਬਣਾਏ। ਫਾਊਂਡੇਸ਼ਨ ਵਿੱਚ ਵੱਟੇ ਇੱਟਾਂ ਹੀ ਪਾਏ ਜਾਂਦੇ ਨੇ, ਫਾਊਂਡੇਸ਼ਨ ਵਿੱਚ ਮਿੱਟੀ ਨਹੀਂ ਪਾਈ ਜਾਂਦੀ। ਇੰਜੀਨੀਅਰਿੰਗ ਵਿੱਚ ਫਾਊਂਡੇਸ਼ਨ ਹੀ ਚੰਗੀਆਂ ਤੰਗੀ ਪੱਕੀ ਸੀਮੈਂਟਿਡ ਗੇਮ ਥੱਲੇ ਬਣਾਈ ਜਾਂਦੀ ਹੈ। ਬਸ ਲੋਕੀ ਕਹਿਣਗੇ, ਪਏ ਕਹਿਣ, ਪਰ ਅਸੀਂ ਗੱਲ ਸਿੱਖਣੀ ਹੈ ਕਿ ਮੈਂ ਕਿਸ ਤਰੀਕੇ ਦੇ ਨਾਲ ਬੋਲਾਂ ਕਿ ਉਹ ਹਰਟ ਨਾ ਹੋਣ। ਮੈਂ ਕਿਸ ਤਰੀਕੇ ਦੇ ਨਾਲ ਬੋਲਾਂ, ਇਹ ਜਾਂਚ ਮੈਨੂੰ ਸਿੱਖਣੀ ਹੈ। ਕਈ ਵਾਰੀ ਕੀ ਹੁੰਦਾ, ਅਸੀਂ ਹੋਮੇ ਦੇ ਸੈਮੀਨਾਰ ਹੀ ਸਿੱਖਿਆ ਸੀ, ਮੈਂ ਤੇ ਸਾਫ਼ ਸੱਚ ਸਾਹਮਣੇ ਕਹਿ ਦਿੰਦਾ ਹੁੰਦਾ, ਅਗਲੇ ਨੂੰ ਪਈ ਅੱਗ ਲੱਗੇ ਫਿਰ ਭਾਵੇਂ। ਫਿਰ ਲੋਕੀ ਪੰਕਤੀ ਬੋਲ ਦਿੰਦੇ ਨੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਸਾਧ ਸੰਗਤ ਜੀ, ਇਹ ਨਾ ਕਿਸੇ ਨੂੰ ਕੂੜਾ ਨਹੀਂ ਕਹਿਣਾ, ਗੱਲ ਮੇਰੀ ਚੱਲ ਰਹੀ ਹੈ। ਜਦੋਂ ਮੈਨੂੰ ਨਿੱਜ ਕਰ ਅੰਤਰ-ਆਤਮੇ 'ਚੋਂ ਸੱਚ ਸੁਣਾਇਆ ਜਾਏ ਨਾ, ਤਾਂ ਮੇਰਾ ਕੂੜਾ ਜਲ ਜਾਂਦਾ ਹੈ, ਮੇਰੀ ਗਾਰਬੇਜ ਖਤਮ ਹੋ ਜਾਂਦੀ ਹੈ। ਜੇ ਕੋ ਬੋਲੇ ਸੱਚ, ਜਦੋਂ ਮੈਨੂੰ ਅੰਦਰੋਂ ਸੱਚ ਸੁਣਾਇਆ ਜਾਂਦਾ ਹੈ, ਕੂੜਾ ਮੇਰਾ ਕੂੜ ਜਲ ਜਾਂਦੀ ਹੈ, ਬਾਹਰ ਦੀ ਤਾਂ ਗੱਲ ਹੀ ਨਹੀਂ ਚੱਲ ਰਹੀ। ਫਿਰ ਲੋਕੀ ਦੂਜਾ ਬੋਲਦੇ ਨੇ, ਉਹ ਜੀ ਬਹਿਸ ਛੱਡੋ ਜੀ, ਮੂਰਖ ਹੈ ਨਾਲਾ ਲੁਜੀਏ। ਸਾਧ ਸੰਗਤ, ਦੂਜੇ ਨੂੰ ਮੂਰਖ ਕਹਿ ਹੀ ਨਹੀਂ ਸਕਦੇ। ਗੁਰੂ ਸਾਹਿਬ ਤੇ ਸਾਨੂੰ ਮਿੱਠੀ ਬੋਲੀ ਸਿਖਾਉਂਦੇ ਨੇ, ਗੁਰੂ ਸਾਹਿਬ ਤੇ ਕਹਿ ਰਹੇ ਨਾ ਕੋ ਮੂਰਖ ਨਾ ਕੋ ਸਿਆਣਾ। ਫਿਰ ਮੂਰਖ ਹੈ ਨਾਲ ਲੁਜੀਏ ਕਿਹਨੂੰ ਕਹਿ ਰਹੇ? ਮੇਰੇ ਮਨ ਨੂੰ, ਜਦੋਂ ਮੇਰਾ ਮਨ ਮੈਨੂੰ ਟੈਂਪਟਿੰਗ ਕਰਾ ਕੇ, ਬਹਿਸ ਕਰਾ ਕੇ ਕਹਿੰਦਾ ਭੈੜ ਕਰ ਲੈ, ਭੈੜੇ ਬੋਲ ਲੈ, ਇਹਦੇ ਨਾਲ ਨਹੀਂ ਲੁੱਝਣਾ ਚਾਹੀਦਾ। ਧੂੜੀ ਵਿੱਚ ਲੁੜੰਦੜੀ ਸੋਹਾਂ, ਰੱਬ ਜੀ ਦੀ ਧੂੜੀ ਦੇ ਅੰਦਰ ਆਪਣੇ ਆਪ ਨੂੰ ਪਾਉਣਾ ਚਾਹੀਦਾ ਹੈ। ਉਹਦੇ ਅੰਦਰ ਆਪਣਾ ਮੱਥਾ ਧੂੜੀ ਅੰਦਰ ਰੱਖਣਾ ਚਾਹੀਦਾ ਹੈ, ਨਮਰਤਾ 'ਚ ਰਹਿਣਾ ਚਾਹੀਦਾ, ਕਿਸੇ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ। ਇਹਦਾ ਮੂਰਖੇ ਨਾਲ ਲੁੱਝੀਏ ਵੀ ਮੇਰੇ ਮਨ ਬਾਰੇ ਗੱਲ ਚੱਲ ਰਹੀ ਹੈ। ਸੋ ਜਿਹੜਾ ਬੰਦਾ ਕਿ ਮੈਂ ਤੇ ਸਾਹਮਣੇ ਸੱਚ ਬੋਲ ਦਿੰਦਾ, ਕਈ ਵਾਰੀ ਅਸੀਂ ਗੱਲ ਕਰਦਿਆਂ ਦੇਖ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਾਂ, ਲੱਗੇਗੀ ਤੁਹਾਨੂੰ ਬੁਰੀ। ਇੰਜ ਗੱਲ ਸ਼ੁਰੂ ਕਰਨ ਵੇਲੇ ਅਸੀਂ ਕਹਿੰਦਾ, ਦੇਖੋ ਤੁਹਾਨੂੰ ਵੈਸੇ ਬੁਰੀ ਲੱਗੇਗੀ, ਮੈਂ ਕਹਿ ਦਿਆਂ ਇੰਜ ਕਹਿੰਦੇ ਆ ਕਿ ਨਹੀਂ, ਸਹੀ ਆ ਸੁਣੋ, ਇੰਜ ਕਹਿੰਦੇ ਆ। ਜੇ ਤੈਨੂੰ ਇਹ ਪਤਾ ਲੱਗ ਗਿਆ ਨਾ ਬਿਫੋਰ ਹੈਂਡ, ਇਨ ਐਡਵਾਂਸ, ਕਿ ਬੁਰੀ ਲੱਗੇਗੀ, no need to say, don't say it,
ਫਿਰ ਇਹ ਢੰਗ ਲੱਭ ਕਿ ਮੈਂ ਇਹ ਹੈ ਮਿੱਠਾ ਪਦਾਰਥ ਪਰ ਦੇਖਣ ਵਿੱਚ ਕੜਵਾ ਲੱਗ ਰਿਹਾ ਹੈ, ਤਾਂ ਮੈਂ ਹੁਣ ਇਹਨੂੰ ਪਰੋਸ ਕੇ ਕਿਵੇਂ ਦਿਆਂ ਜਿਵੇਂ ਦਵਾਈ ਕੜਵੀ ਹੁੰਦੀ ਹੈ ਪਰ ਉਹਦਾ ਅਸਰ ਚੰਗਾ ਹੁੰਦਾ ਹੈ। ਇਸ ਤਰ੍ਹਾਂ ਮੈਂ ਕਿਸ ਤਰੀਕੇ ਨਾਲ ਦਿਆਂ? ਕੋਈ ਵੀ ਕੜਵੀ ਦਵਾਈ ਪੀ ਨਹੀਂ ਸਕਦਾ ਹੈ, ਪਰ ਉਹਦਾ ਮਨ ਬਣ ਚੁੱਕਾ ਹੁੰਦਾ ਹੈ। ਜਿਹਦਾ ਮਨ ਨਹੀਂ ਬਣਿਆ ਉਹਨੂੰ ਕੌੜੀ ਦਵਾਈ ਨਹੀਂ ਦੇ ਸਕਦੇ ਹਾਂ। ਜਿਹਦਾ ਮਨ ਬਣ ਗਿਆ ਉਹ ਕਹਿੰਦਾ ਮੈਂ ਬਿਮਾਰ ਹਾਂ, ਡਾਕਟਰ ਸਾਹਿਬ ਮੈਂ ਤੁਹਾਡੇ ਅੱਗੇ ਸਰੈਂਡਰ ਕੀਤਾ, ਪੈਸੇ ਵੀ ਲੈ ਲਵੋ ਅਤੇ ਮੇਰੀ ਬਿਮਾਰੀ ਦੂਰ ਕਰਨ ਵਾਸਤੇ ਜੇ ਕੌੜੀ ਦਵਾਈ ਵੀ ਹੋਵੇ ਤਾਂ ਦੇ ਦਿਓ, ਤਾਂ ਹੀ ਪੀਏਗਾ ਨਾ। ਬੇਦਿਲਿਆ ਕੋਈ ਨਹੀਂ ਨਾ ਪੀਂਦਾ। ਤੁਸੀਂ ਸੁਣਿਆ ਪਤੀ ਜਿਹੜਾ ਸ਼ਰਾਬ ਪੀਂਦਾ ਹੈ ਤਾਂ ਪਤਨੀ ਰੋਜ਼ ਮਨਾ ਕਰਦੀ ਸੀ ਸ਼ਰਾਬ ਨਾ ਪਿਆ ਕਰ, ਨਾ ਪਿਆ ਕਰ। ਇੱਕ ਦਿਨ ਕਹਿੰਦਾ ਤੂੰ ਪੀ ਕੇ ਤਾਂ ਦੇਖ। ਜੋ ਹੀ ਪਤਨੀ ਨੇ ਮੂੰਹ ਲਾਇਆ ਇੰਨੀ ਕੌੜੀ। ਪਤਾ ਕੀ ਕਹਿੰਦਾ? ਅਸੀਂ ਕਿਹੜਾ ਦਿਲੋਂ ਪੀਂਦੇ ਹਾਂ, ਇੰਨੀ ਕੌੜੀ ਬੇਦਿਲਿਆ ਪੀਂਦੇ ਹਾਂ। ਪੀਣ ਦੀ ਆਪਣੀ ਗੰਦੀ ਆਦਤ। ਇਹ ਮੈਂ ਤੁਹਾਨੂੰ ਇਸ ਤਰੀਕੇ ਦੇ ਨਾਲ ਸਾਂਝ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਕੌੜੀ ਦਵਾਈ ਵਾਸਤੇ ਪ੍ਰੀਪੇਅਰਡ ਨਹੀਂ ਹੈ ਉਹਨੂੰ ਦਿੱਤੀ ਨਹੀਂ ਜਾ ਸਕਦੀ। ਮੈਂ ਸੱਚ ਬੋਲਣ ਲੱਗਾ ਤੁਹਾਨੂੰ ਲੱਗੇਗੀ ਬੁਰੀ, ਨੋ ਨੀਡ ਟੂ ਸੇ। ਜਿਸ ਨੇ ਮਨ ਬਣਾ ਲਿਆ ਕਿ ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਆਇਆ, ਉਹ ਕੌੜੀ ਸੁਣਨ ਵਾਸਤੇ ਪ੍ਰੀਪੇਅਰਡ ਹੈ, ਪਰ ਉਹਨੂੰ ਵੀ ਕੌੜੀ ਚਾਰੋਂ ਪਾਸੇ ਮਿਸ਼ਰੀ ਲਪੇਟ ਕੇ ਇਸ ਢੰਗ ਨਾਲ ਦਿੱਤੀ ਜਾਏ ਕਿ ਉਹਨੂੰ ਅਸਰ ਵੀ ਹੋ ਜਾਏ ਤੇ ਉਹਦਾ ਰੋਗ ਵੀ ਕੱਟਿਆ ਜਾਏ, ਬਸ਼ਰਤੇ ਕਿ ਉਹ ਇੰਝ ਜਾਵੇ। ਜਿਹੜਾ ਇੰਝ ਨਹੀਂ ਲੈਣਾ ਚਾਹੁੰਦਾ ਉਹਨੂੰ ਕਵਾਂਗਾ ਦੇਖੋ ਬੁਰੀ ਨਾ ਲੱਗ ਜਾਏ, ਇਹਦੇ ਸਾਡੀ ਈਗੋ ਹੈ, ਮੇਰੀ ਹਉਮੈ ਹੈ ਕਿ ਮੈਨੂੰ ਪਤਾ ਵੀ ਹੈ ਕਿ ਮੇਰੀ ਗੱਲ ਬੁਰੀ ਲੱਗੇਗੀ, ਫਿਰ ਵੀ ਮੈਂ ਕਰੀ ਜਾਵਾਂ। ਸੋ ਭੁਪਿੰਦਰ ਸਿੰਘ ਇੰਝ ਨਾ ਬੋਲਿਆ ਕਰ। ਟਰਾਈ ਟੂ ਲਰਨ ਗੁਰੂ ਸਾਹਿਬ ਕੋਲੋਂ। ਗੁਰੂ ਸਾਹਿਬ ਸਿੰਪਲੀ ਜਿਹੜੇ ਸੂਰਜ ਨੂੰ ਪਾਣੀ ਦੇ ਰਹੇ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ, ਦੂਜੇ ਪਾਸੇ ਦੇਣਾ ਸ਼ੁਰੂ ਕਰ ਦਿੱਤਾ। ਉਹ ਇੰਝ ਹੋ ਗਏ, ਸਰ ਇਹ ਆਪ ਕਿਸ ਤਰਫ? ਉਹ ਗੁਰੂ ਜੀ, ਪਾਤਸ਼ਾਹ ਜੀ, ਸਤਿਗੁਰੂ ਜੀ, ਉਹ ਬਾਬਾ ਜੀ ਇਹ ਤੁਸੀਂ ਕਿਹੜੇ ਪਾਸੇ ਦੇ ਰਹੇ ਹੋ? ਨਮਰਤਾ ਆ ਗਈ ਨਾ, ਕੁਐਸਚਨ ਹੀ ਪੁੱਛਿਆ ਗਿਆ ਨਾ, ਹੁਣ ਦੱਸ ਦਿੱਤਾ ਮੈਂ ਤੇ ਉਧਰ ਦੇ ਰਿਹਾ। ਕਦੇ ਵੀ ਕਿਸੇ ਨੂੰ ਕੌੜੇ ਬੋਲਾਂ ਦੇ ਨਾਲ ਨਹੀਂ ਸਮਝਾਉਂਦੇ ਨੇ। ਅਸੀਂ ਗੁਰੂ ਪਾਤਸ਼ਾਹ ਕੋਲੋਂ ਇਜਾਜ਼ਤ ਸਿੱਖੀ ਨਹੀਂ। ਗੁਰੂ ਪਾਤਸ਼ਾਹ ਮਿੱਠਾ ਬੋਲ ਕੇ ਸਿਖਾਉਂਦੇ ਨੇ, ਉਹ ਵੀ ਤਾਂ ਜਦੋਂ ਅਗਲਾ ਪੁੱਛਦਾ ਹੈ ਤਾਂ। ਅਸੀਂ ਵੱਲੀ ਕੰਧਾਰੀ ਦੀ ਪਹਾੜੀ ਵਾਂਗੂ ਪੱਥਰ ਥੋੜ੍ਹਾ ਨਾ ਮਾਰਨਾ ਹੈ, ਰਾਈਟ। ਮੇਰੇ ਮਨ ਜਦੋਂ ਪੱਥਰ ਹੋ ਜਾਂਦਾ ਹੈ, ਮੇਰਾ ਮਨ ਚਿੱਤ ਕਠੋਰ ਜਦੋਂ ਹੋ ਜਾਂਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਇਹਦੇ ਤੇ ਪੰਜਾ ਲਾਓ ਨਾ, ਇਹਨੂੰ ਰੋਕੋ ਨਾ, ਆਪਣਾ ਮਿੱਠੇ ਬੋਲ ਦਾ ਪੰਜਾ ਲਗਾਓ ਨਾ। ਸਾਡੀ ਇੱਕ ਪੁਸਤਕ ਆ ਰਹੀ ਹੈ, ਉਹਦੇ ਵਿੱਚ 100 ਟਰਮਸ ਮੈਂ ਲਿਖ ਚੁੱਕਾ, ਈਡੀਅਮਸ, ਅਤੇ ਗੁਰਮਤਿ ਵਿੱਚ ਜਿਹੜੇ ਈਡੀਅਮਸ ਵਰਤੇ ਗਏ ਨੇ ਜਾਂ ਸਾਖੀਆਂ ਵਿੱਚ ਜਾਂ ਗੁਰਬਾਣੀ ਵਿੱਚ, ਉਹਨਾਂ ਈਡੀਅਮਸ ਉੱਤੇ ਪੁਸਤਕ ਅੱਜ ਕੱਲ੍ਹ ਐਡਿਟ ਹੋ ਰਹੀ ਹੈ। ਮਹਿੰਦਰਪਾਲ ਸਿੰਘ ਜੀ ਉਸਨੂੰ ਫਾਈਨਲ ਐਡੀਟਿੰਗ ਕਰਦੇ ਪਏ ਨੇ। ਇਸ ਤਰ੍ਹਾਂ ਅਸੀਂ ਹੋਰ ਵੀ ਉਹਨੂੰ ਅੱਗੇ ਲਿਖਾਂਗੇ। 100 ਈਡੀਅਮਸ ਦੀ ਪਹਿਲਾਂ ਆ ਰਹੀ ਹੈ। ਉਹਦੇ ਵਿੱਚ ਅਸੀਂ ਇੱਕ ਸਿੱਖਿਆ, ਰੇਠੜਿਆਂ ਦਾ ਪ੍ਰਸ਼ਾਦ ਮਿਲਣਾ। ਰੇਠੜਿਆਂ ਦਾ ਪ੍ਰਸ਼ਾਦ ਮਿਲਣਾ ਇੱਕ ਈਡੀਅਮ ਹੈ। ਉਹਦਾ ਮਤਲਬ ਹੁੰਦਾ ਹੈ ਅੱਗੇ ਜਾਣਾ ਔਰ ਜਿਹਦੇ ਨਾਲ ਗੱਲ ਕਰਨੀ, ਸੋਚਣਾ ਕਿ ਮੈਨੂੰ ਉਹ ਮਿੱਠਾ ਮਿੱਠਾ ਬੋਲੇਗਾ, ਪਰ ਅੱਗੋਂ ਕੌੜੇ ਬੋਲ ਸੁਣਨ ਨੂੰ ਮਿਲਣੇ, ਉਹਨੂੰ ਕਹਿੰਦੇ ਨੇ ਰੇਠੜਿਆਂ ਦਾ ਪ੍ਰਸ਼ਾਦ ਮਿਲਣਾ। ਗੁਰੂ ਨਾਨਕ ਸਾਹਿਬ ਦੀ ਅਸੀਂ ਸਾਖੀ ਸੁਣੀ ਹੈ, ਰੀਠੇ ਮਿੱਠੇ ਹੋ ਗਏ। ਮੀਨਸ ਮੇਰੇ ਮਨ ਦੇ ਜਾਂ ਦੁਨੀਆ ਦਾ ਕਿਸੇ ਦਾ ਵੀ ਮਨ ਜਦੋਂ ਕੌੜੇ ਬੋਲ ਬੋਲਦਾ ਹੈ ਰੀਠਿਆਂ ਵਾਂਗੂ, ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਲੈਂਦਾ ਹੈ, ਉਹਦੇ ਰੀਠੇ ਕੌੜੇ ਵੀ ਮਿੱਠੇ ਹੋ ਜਾਂਦੇ ਨੇ। ਗੁਰੂ ਪਾਤਸ਼ਾਹ ਜੀ ਮੇਰੇ ਰੀਠੇ ਮਿੱਠੇ ਕਰੋ, ਮੈਂ ਦੁਨੀਆ ਨੂੰ ਰੇਠੜਿਆਂ ਦਾ ਪ੍ਰਸ਼ਾਦ ਕੜਵਾ ਨਾ ਵੰਡਿਆ ਕਰਾਂ। ਥੈਂਕ ਯੂ। ਇੱਕ ਕੁਐਸਚਨ ਜੋ ਹੁਣ ਸਾਡੇ ਵੀਰ ਗੁਰਬਾਗ ਸਿੰਘ ਜੀ ਨੇ ਦਿੱਤੇ ਨੇ, ਉਹ ਆਪਣੀ ਆਪ ਸਾਹਮਣੇ ਆ ਰਹੇ ਨੇ। ਇਹ ਕਹਿ ਰਹੇ ਨੇ ਵੀਰ ਜੀ ਕਿ ਬਈ ਅਸੀਂ ਸੱਚ ਨੂੰ ਕਿਵੇਂ ਆਪਣੇ ਅੰਦਰ ਲਿਆ ਸਕਦੇ ਹਾਂ, ਸੱਚ ਨੂੰ ਆਪਣੇ ਅੰਦਰ ਕਿਵੇਂ ਲਿਆ ਸਕਦੇ ਹਾਂ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਸੱਚ ਨੂੰ ਆਪਣੇ ਅੰਦਰ ਵਸਾ ਸਕਦੇ ਹਾਂ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਉਹਦੀ ਟੀਚਿੰਗਸ ਨੂੰ ਆਪਣੇ ਅੰਦਰ ਵਸਾ ਕੇ। ਕੀ ਸਿਮਰਨ ਕਰਨਾ ਗਲਤ ਹੈ?
ਤਾਂ ਉਹਨਾਂ ਨੇ ਗੁਰਬਾਣੀ ਦੀ ਪੰਕਤੀਆਂ ਵੀ 2 ਲਿਖੀਆਂ ਨੇ। ਔਰ ਨਾਮ ਕੀ ਹੈ? These are the questions. ਵੀਰ ਜੀ, ਸਾਰੀ ਗੁਰਬਾਣੀ ਦੀ ਮੁੱਢਲੀ ਬਾਣੀ ਸ਼ੁਰੂ ਹੁੰਦੀ ਹੈ ਜਪਜੀ ਸਾਹਿਬ ਤੋਂ। ਜਪਜੀ ਸਾਹਿਬ ਵਿੱਚ ਬੋਲਿਆ ਜਾ ਰਿਹਾ ਕਿਮ ਸਚਿਆਰਾ ਹੋਈ ਹੈ, ਕਿਮ ਕੂੜਾ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹਦਾ ਮਤਲਬ ਇਹ ਹੋਇਆ ਸੱਚ ਲਿਆ ਕੇ ਅੰਦਰ ਵਸਾਣਾ ਨਹੀਂ ਹੈ, ਦਰਅਸਲ ਸੱਚ ਆਲਰੇਡੀ ਅਵੇਲੇਬਲ ਹੈ। ਤੁਸੀਂ ਕਦੇ ਵੀ ਇਹ ਆਪਣੇ होशो हवास विच क्वेश्चन नहीं करोगे मैं अपने पिताजी को अपने घर में कैसे लेके आऊं। दरअसल पिताजी ऑलरेडी घर में हैं, पर मैं पिताजी की मानता नहीं हूं, इस करके मैं पिताजी को एब्सेंट कर देता हूं। पिताजी तो ऑलरेडी घर ने, सच अंदर है। रब जी आद सच जुगाद सच है भी सच, नानक होसी भी सच ने। रब जी जिहड़ा जिहड़ा हुक्म करते हैं वह सच्चा करते हैं, उन्होंने सत नाम कहते ने। जो जो हुक्म करते ने रब जी का हुक्म नाम है। मैनू जीवन जा समझाते ने, तो पिता नू एबसेंट करता है ना, एक घड़ी ना मिलते तक कल जुगोता हो जाता है। पिता नू एबसेंट करता है सिगरेट पीन लग पैंदा, पिता नू एबसेंट करता है शराब पीन लग पैंदा, पिता नू एबसेंट लगता करता है गालां कड्ढण लग पैंदा, पिता नू एबसेंट करता है बेईमानी करन लग पैंदा, पिता नू एबसेंट करता है तो तू धोखाधड़ी भ्रष्टाचार रिश्वत लैना शुरू कर दिंदा है। पिता नू एबसेंट ना करया कर। जो ही पिता प्रेजेंट महसूस होता है, जिहड़ा पिता सच्चे चो जिहड़ी जिहड़ी गल निकल के आती है ना, जिहड़ा जिहड़ा एक एक सुनिया सच दा आंदा ना पिता वल्लों, उस सुनेहे नू संत कहते हैं। उस सुनेहे दा संग करना संत संग कहलाता है। उस सुनेहे दा संग करना, उसनू निरंतर फॉलो करना नाम सिमरन कहलाता है। सारी गल गुरु ग्रंथ साहिब जी की बाणी राही समझाई गई है, इस करके गुरु नू कहा गया वाह, गुरु जी तुसी वाह हो। तुहाडी हर गल मेरे वास्ते गुरमंत्र है, तुहाडी हर गल मेरे वास्ते सिरमोर मैसेज है, मेरा एक एक रोग दूर करन दी। इनू कहते ने सत्संगत कैसी जानी है जिथे एको नाम बखानी है। मैं केड़ी संगत करया करा? सत्संगत कैसी जानी है, कैसी होती है? जिथे एको नाम बखानी है। मेरे अंदर रब जी वसते ने, सही है सुनो, हर इंसान के अंदर वसते ने, उच्चा बोलो, हर इंसान के अंदर वसते ने। बाणी कहती है वसी रब ही आली है, हर हिरदे च वसते ने, घट घट मैं अर्जू वसे वसते ने। अंदर जिहड़े रब जी वसते ने, वो रब जी मैनू सच दे सुनिया देंदे ने। रब जी दे सुने दा संग मैनू करना है। सत्संगत कैसी जानी है मीनस जो अंदरों रब जी सुनिया देंदे ने उहदी संगत करया कर। जिथों एको नाम खानी है, जिथों तेरे कूड़ दी पाल दूर करन दा सिस्टम, सुनेहा, मैसेज, तुर की बाणी, विजडम, तुरियावस्था, चौथा पद, खुदाई पैगाम दसिया जाता है। सत्संगत कैसी जानी है? जिथे निजकार अंदरों एको नाम बखानी है, जितों सच दसिया जाता है। अंदरों रब जी दे मुख तो निकलिया, गुर दे मुख तो निकलिया होया सुनिया एको नाम हुक्म है। ए हुक्म है, ए रजा है। नानक सतगुर दिया बुझाए जियो। सतगुर दी बाणी, सतगुर दी बाणी दा तत्त तैनू दसेगा कि किवें जीवीदा है। जे तू चंगी उच्ची जीवनी जीना चाहता है तो सतगुर दी मत दा चोला अपनी मत उत्ते पा लै। उन्होंने कहते ने करमी आवे कपड़ा, मत उत्ते सतगुर दी मत दा कर्मा, फलसफा, पैराडिम, नदरी दी नदर, करमी दा करम। रब जी करमी ने,
ਉਹ ਆਪਣਾ ਕਰਮ, ਆਪਣਾ ਫਲਸਫਾ, ਆਪਣਾ ਪੈਰਾਡੀਮ, ਆਪਣਾ ਸੁਨੇਹਾ ਦਿੰਦੇ ਨੇ। ਉਹਦਾ ਚੋਲਾ ਪਾ ਲੈ, ਕਰਮੀ ਆਵੇ ਕੱਪੜਾ ਨਦਰੀ, ਉਸ ਦੇ ਅਨੁਸਾਰ ਜੀਵੋ ਤਾਂ ਮੋਖ ਦੁਆਰ, ਵਿਕਾਰਾਂ ਤੋਂ ਛੁੱਟ ਜਾਂਦੇ ਨੇ। ਕਿਸ ਦੇ ਅਨੁਸਾਰ ਜੀਓ? ਨਾਮ ਅਨੁਸਾਰ। ਨਾਮ ਕੀ ਹੈ? ਹੁਕਮ। ਹੁਕਮ ਕੀ ਹੈ? ਰਜ਼ਾ ਅਨੁਸਾਰ ਚੱਲਣਾ। ਰਜ਼ਾ ਕਿੱਥੋਂ ਪਤਾ ਲੱਗਦੀ ਹੈ? ਸਤਿਗੁਰ ਦੱਸਦਾ ਹੈ। ਸਤਿਗੁਰ ਦੀ ਸੰਗ ਕਰਨਾ ਸਤਸੰਗਤ ਕੈਸੀ ਜਾਣੀਏ ਕਹਿਲਾਂਦਾ ਹੈ। ਨਿਰੰਤਰ ਇਹਦੇ ਨਾਲ ਜੁੜੇ ਰਹਿਣਾ ਸਿਮਰਨ ਕਹਿਲਾਂਦਾ ਹੈ। ਹਮੇਸ਼ਾ ਰੱਬੀ ਗੁਣਾਂ ਦੇ ਨਾਲ ਜੀਂਦੇ ਰਹਿਣਾ ਮੀਨਸ ਰੱਬ ਨੂੰ ਵਿਸਾਰਿਆ ਹੀ नहीं। मीन्स मैंने अपने पिताजी को एब्सेंट किया ही नहीं। पिताजी रहते हैं, मैं अवगुण करता हूँ तो पिताजी को एब्सेंट कर देता हूँ। अवगुण जो जो मैनू दसे जाते हैं कि छड्ड दे, ए तेरे च अवगुण ने, अवगुण छड्डे कूड़ दी पाल हट्टी, अलगी काई हट्टी, जन नानक बिन आपा चीने, मिटे ना भ्रम की काई। भ्रम की काई समझ आई, काई नू हटाया, रब जी ही रहिंदे ने, सच ही रहिंदा है, सच लियाना नहीं पिया, कूड़ हटाना पिया। द मूमेंट कूड़ हटाओ, सच ही सच है, बुरा नहीं सब भला ही है रे, दुख नहीं सब सुख ही है रे। ये वाले सुने दे नाल गुरु ग्रंथ साहब जी की सारी बाणी ही नाम है। इस बाणी ते नाम पाईदा। ये बाणी तैनू रब जी का एक एक सुनिया समझाती जाएगी। इस करके वाह गुरु गुरमंत्र है। ये भाई गुरदास जी की वार है। गुरु जी तुहाडा एक एक सुनिया मेरे वास्ते मंत्र है। मंत्र सिर्फ वो जिहड़े एक लगातार 108 वारी रटन करते हैं मंत्र, उन्होंने नहीं कह रहे हैं। मंत्र है बंधन काटे आप प्रभ हुआ कृपाल, ये महामंत्र है। मेरे बंधन कटते ने, अवगुणा तो बंधन कटाने ने। अवगुणा तो बंधन कटाने वास्ते मैनू नाम दिता गया है। भाव सतगुर की मत दी गई है, भाव गुरु की बाणी दसी गई है। ये बाणी जो जियो जाना तिस अंतर रवै हरनामा। इसनू जींदियां होया कोई प्यार नाल दिन च एक वारी या करोड़ों वारी जो दा दिल करदा है, मेरी ये अवस्था तुसी बनाई है। वाह गुरु जी वाह, जो कहंदा है तो बड़ी अच्छी गल है। एट द सेम टाइम जे मैं वाह गुरु जी वाह तुसी बहुत वाह हो, बहुत ग्रेट सुनिया देंदे हो, पर तुहाडे सुने मुताबक मैं जीना नहीं, तो फिर है हर हर करे नित कपट कमावे हो जाएगा। कपट तो मैनू छुड़ाया जा रहा, बंधन काटे आप प्रभ हुआ कृपाल, सतगुर की मत अनुसार जी।